ਤੇ ਗੋਰਖੀ ਵੀਰ ਜੀ ਵਾਂਗੂ ਤੁਸੀਂ ਥੋੜਾ ਐਕਸਪਲੇਨ ਕਰ ਦਿਓ, ਕਰਿਆ ਕਰੋ ਤੁਸੀਂ ਰੋਜ਼। ਠੀਕ ਆ ਜੀ, ਥੈਂਕ ਯੂ ਭੈਣ ਜੀ। ਕੋਈ ਨਾ, ਉਹ ਤਾਂ ਮਾਲਕ ਹੀ, ਉਹ ਵੀਰ ਜੀ ਹੋਣੀ ਹੈਗੇ ਨੇ, ਆਪਾਂ ਤਾਂ ਇਹਨਾਂ ਦੀ ਚਰਨਾਂ ਦੀ ਸੰਗਤ ਦੀ। ਨਹੀਂ ਅੰਕਲ ਜੀ ਵਾਂਗੂ, ਗੋਰਖੀ ਵੀਰ ਜੀ ਵਾਂਗੂ ਸੋਹਣਾ ਤੁਸੀਂ ਐਕਸਪਲੇਨ ਕਰ ਦਿਓ ਤੇ ਵਧੀਆ ਲੱਗਦਾ ਆ। ਦੂਜੀ ਪਾਰਟੀ ਦਾ ਮਤਲਬ ਹੈ ਜੀ, ਜਿਵੇਂ ਕਾਮ ਕਰੋ ਲੋ ਦੁਨੀਆ ਤੇ ਅੱਜ ਕੱਲ ਜਿਹੜੀ ਮਾਇਆ ਨੇ ਜਾਲ 2% ਆਪਣੀ ਜਿਹੜੀ ਅਗਨੀ ਆ ਇਹਨੇ ਭਚਾਲ ਪਾਇਆ ਪਿਆ ਸਾਰੀ ਦੁਨੀਆ ਦੇ ਵਿੱਚ। ਆਪਣੇ 2% ਅਗਨੀ ਆਪਣੇ ਚ, ਦੇਖ ਲਓ ਤੁਸੀਂ, ਦੁਨੀਆ ਹਲਾਈ ਪਈ ਆ। ਬਿਲਕੁਲ ਇਹੀ ਹੈਗੀ ਆ। ਇਹ ਜਿਹੜਾ ਪ੍ਰਾਣ ਸ਼ਕਤੀ ਮਾਲਕ ਨੇ ਦਿੱਤੀ ਹੋਈ, ਕਾਮ ਕ੍ਰੋਧ ਜਿਹੜੇ ਹੈਗੇ ਮੈਕਸੀਮਮ ਜਿਹੜੇ ਹੈਗੇ, ਇਹ ਜਿਹੜੇ ਹੈਗੇ ਇੰਨੇ ਤਾਕਤਵਰ ਹੈਗੇ ਆ ਕਿ ਬਸ ਸਾਰਾ ਕੁਝ ਜਿਹੜਾ ਹੈਗਾ, ਆਪਣਾ ਸਾਰਾ ਕੁਝ ਜਿਹੜਾ ਹੈਗਾ, ਹਰੇਕ ਚੀਜ਼ ਨੂੰ ਇਹ ਜਿਹੜਾ ਹੈਗਾ ਡੋਮੀਨੇਟ ਕਰ ਲੈਂਦੇ ਆ। ਬਸ ਆਪਣੇ ਵਿੱਚ 72% ਪਾਣੀ ਆ, ਜਾਲ ਆ। ਦੇਖੋ 35% ਸੱਜੇ, 35% ਖੱਬੇ, 2% ਆਪਣੇ ਚ ਅਗਨੀ ਆ। ਦੇਖ ਲਓ ਤੁਸੀਂ ਦੁਨੀਆ ਕਿਵੇਂ, ਕਿਸ ਆਪ ਹੀ ਤੁਹਾਨੂੰ ਸਭ ਨੂੰ ਪਤਾ, ਮੈਂ ਤਾਂ ਕੁਛ ਨਹੀਂ ਕਹਿ ਸਕਦੀ ਇਹਦੇ ਵਿੱਚ, ਹਨਾ। ਤੇ ਦੇਖੋ ਦੁਨੀਆ ਹਲਾਈ ਪਈ ਆ। ਇਹ ਆਪਣੇ ਤੇ ਜ਼ਿਆਦਾ ਹੀ ਭਾਰੂ ਨੇ, ਇਹ ਆਪਣੇ ਤੇ ਜ਼ਿਆਦਾ। ਜੇ ਮਾਲਕ ਦੀ ਕਿਰਪਾ ਹੋ ਜਾਵੇ ਫਿਰ ਇਹ ਜ਼ੀਰੋ ਨੇ। ਬਸ ਫਿਰ ਤਾਂ ਸਹਾਇਤਾ ਕਰਨ ਲੱਗ ਜਾਂਦੇ, ਇਹੀ ਅਗਨੀ ਬਦਲ ਜਾਂਦੀ, ਇਹ ਉਲਟ ਸਹਾਇਤਾ ਕਰਨਗੇ ਆਪਣੀ। ਫਿਰ ਇਹ ਆਪਾਂ ਨੂੰ ਨਹੀਂ ਡੋਲਣ ਦੇਣਗੇ। ਡੋਲਦੇ ਆ ਆਪਾਂ ਜ਼ਰੂਰ, ਨਹੀਂ ਮੈਂ ਨਹੀਂ ਕਹਿੰਦੀ ਹੈਗੀ ਨਹੀਂ ਡੋਲਦੇ ਹੈਗੇ, ਡੋਲਦੇ ਆ। ਚੰਗੇ ਸਾਧਕ ਵੀ ਡੋਲ ਜਾਂਦੇ ਨੇ। ਉਹ ਤਾਂ ਫਿਰ ਗੇਮ ਆ ਨਾ। ਗੇਮ ਦੇਖੋ, ਕੰਪੀਟੀਸ਼ਨ ਤਾਂ ਲਾਸਟ ਜਿਹੜਾ ਹੈਗਾ, ਜਦ ਤੱਕ ਲਾਸਟ ਸੀਟੀ ਨਹੀਂ ਵੱਜਦੀ ਤਦ ਤੱਕ ਕੰਪੀਟੀਸ਼ਨ ਹੈਗਾ। ਜਦ ਤੱਕ ਜਦ ਤੱਕ ਜਿਹੜਾ ਹੈਗਾ ਮੈਚ ਜਿੱਤਿਆ ਨਹੀਂ ਜਾਂਦਾ ਭਾਈ, ਤਦ ਤੱਕ ਕੰਪੀਟੀਸ਼ਨ ਹੈਗਾ। ਬਿਲਕੁਲ। ਸੋ ਦੂਜੀ ਪਾਰਟੀ ਨੂੰ ਬਾਬਾ ਜੀ ਅਸੀਂ ਆਪੋਜੀਸ਼ਨ ਪਾਰਟੀ ਕਹਿ ਸਕਦੇ ਹਾਂ। ਬਿਲਕੁਲ ਆਪੋਜੀਸ਼ਨ ਪਾਰਟੀ ਹੈਗੀ। ਔਰ ਆਪਣੇ ਕੋਲ ਟਾਈਮ ਜਿਹੜਾ ਮੈਚ ਦਾ ਬਿਲਕੁਲ ਲਿਮਿਟਿਡ ਹੈ, ਔਰ ਕਿਸੇ ਨੂੰ ਪਤਾ ਨਹੀਂ ਹੈ ਕਿੰਨਾ ਟਾਈਮ ਹੈ, ਉਮਰ ਕਦੋਂ ਪੜਾਕਾ ਪੈ ਜਾਣਾ ਹੈ, ਕੋਈ ਪਤਾ ਨਹੀਂ ਹੈ। ਹਾਂਜੀ ਹਾਂਜੀ। ਇੱਕ ਸੰਗਤ ਚ ਇੱਕ ਹੋਰ ਚੀਜ਼ ਦੇਖੋ, ਜਿਹੜੀ ਚੀਜ਼ ਤੁਸੀਂ ਆਪਣੇ ਘਰ ਦੇ ਵਿੱਚ ਯੂਜ ਕਰੋਗੇ, ਕੋਈ ਗਾਣੇ ਜਾਂ ਉਹਦਾ ਐਨਰਜੀ ਉਵੇਂ ਹੀ ਰਹਿਣੀ ਹੈ। ਜੇ ਤੁਸੀਂ ਆਪਣੇ ਮਾਲਕ ਦਾ ਜਾਂ ਕੋਈ ਵੀ ਆਪਣਾ ਤੁਹਾਡਾ ਇਸ਼ਟ ਆ, ਹਨਾ, ਤੇ ਉਹਦੀ ਤੁਸੀਂ ਉਹ ਕਰੋਗੇ, ਉਹੀ ਉਦਾਂ ਦੀ ਐਨਰਜੀ ਬਣ ਜਾਣੀ ਹੈ ਘਰ ਦੇ ਵਿੱਚ। ਬਿਲਕੁਲ ਉਹ ਚੀਜ਼ ਆਪਣੇ ਅੰਦਰ ਪ੍ਰੈਕਟੀਕਲ ਮੇਰਾ ਚੱਲ ਰਿਹਾ ਹੈ। ਦੇਖੋ ਜਦੋਂ ਵੀ ਮੇਰੇ ਘਰੇ ਕੋਈ ਕਦੇ ਵੀ ਕੋਈ ਪਹਿਲੀ ਵਾਰ ਵੀ ਆਇਆ ਹੁੰਦਾ, ਉਹ ਵੀ ਆ ਕੇ ਬੈਠੂਗਾ ਨਾ, ਚਾਹ ਪੀਣ ਤੋਂ ਪਹਿਲਾਂ ਹੀ ਲੱਗੂਗਾ, ਭੈਣ ਜੀ ਤੁਹਾਡੇ ਘਰੇ ਦਿਲ ਪਤਾ ਨਹੀਂ ਕਿਉਂ ਇੰਨਾ ਲੱਗਦਾ ਮੈਨੂੰ। ਮੈਂ ਵੀ ਕਈ ਵਾਰ ਸੋਚਦੀ ਹੁੰਦੀ ਆ, ਖੁਦ ਮੇਰਾ ਵੀ ਬਾਹਰ ਨਿਕਲਣ ਨੂੰ ਜੀ ਨਹੀਂ ਕਰਦਾ ਹੁੰਦਾ ਗੇਟੋਂ ਬਾਹਰ, ਵੀ ਮੈਂ ਇਹ ਘਰ ਛੱਡ ਕੇ ਪਰੇ ਚਲੀ ਜਾਵਾਂ, ਕਿਉਂਕਿ ਮੈਨੂੰ ਵੀ ਐਨਰਜੀ ਉਹ ਕਰਦੀ ਆ। ਬਿਲਕੁਲ ਬਿਲਕੁਲ। ਇਹ ਹੈ ਹੀ ਜਿਹੜੀ ਹੈਗੀ, ਜਿਹੜਾ ਧਿਆਨ ਸਿਮਰਨ ਕਰੂਗਾ ਉਹਦੇ ਅੰਦਰ ਜਿਹੜਾ ਹੈਗਾ ਇਹ ਪੋਜ਼ਿਟਿਵ ਐਨਰਜੀ ਪੈਦਾ ਹੋਣੀ ਲਾਜ਼ਮੀ ਹੈਗੀ। ਉਹ ਬੰਦਾ ਜਿਹੜਾ ਹੈਗਾ ਆਪ ਖੇੜੇ ਦੇ ਵਿੱਚ ਰਹੂਗਾ, ਔਰ ਉਹਦੇ ਨਾਲ ਜਿਹੜੀ ਸੰਗਤ ਕਰਦੇ ਆ ਨਾ, ਉਹ ਸੰਗਤ ਕੋਈ ਵੀ ਭਾਵੇਂ ਕੋਈ ਜਿਹੜਾ ਨੈਗੇਟਿਵ ਬੰਦਾ ਹੈ ਨਾ, ਉਹਨੂੰ ਵੀ ਉਹਦੇ ਨਾਲ ਜਿਹੜਾ ਹੈਗਾ ਉਹਨੂੰ ਵੀ ਥੋੜੀ ਸ਼ਾਂਤੀ ਮਿਲਦੀ ਹੈ। ਹਾਂਜੀ ਵੀਰ ਜੀ ਕੀ ਕਹਿ ਰਹੇ ਸੀ? ਹਾਂਜੀ ਮੈਂ ਪੁੱਛਣਾ ਸੀ, ਇੱਕ ਚਲੋ ਸਾਧਕ ਨੇ ਵਿੱਚ ਕਾਫੀ ਐਕਸਪੀਰੀਅੰਸ ਵਾਲੇ ਨੇ, ਕਾਫੀ ਦੇਰ ਹੋਇਆ ਕਰਦੇ ਉਹਨਾਂ ਨੂੰ, ਤੇ ਮੈਂ ਕੀ ਪੁੱਛਣਾ ਸੀ, ਜਿੱਦਾਂ ਆਪਾਂ ਗੱਲ ਤੁਸੀਂ ਪਹਿਲਾਂ ਹੁਣ ਕੀਤੀ ਕਿ ਜਦੋਂ ਅਸੀਂ ਇਤਿਹਾਸ ਨੂੰ ਸ਼ੁਰੂ ਕਰਦੇ ਹਾਂ, ਫਿਰ ਪਹਿਲਾਂ ਮਨ ਨਹੀਂ ਲੱਗਦਾ, ਬਾਅਦ ਚ ਤੁਹਾਨੂੰ ਜਿਹੜੀ ਸੁਣਨ ਚੜ੍ਹਨ ਲੱਗ ਪੈਂਦੀ, ਜਾਂ ਤੁਹਾਡਾ ਮਨ ਵੀ ਟਿਕ ਜਾਂਦਾ, ਰਸ ਆਉਣ ਲੱਗ ਪੈਂਦਾ। ਪਰ ਜਿਹੜਾ ਰਸ ਹੁੰਦਾ ਇਹ ਸਰੀਰ ਤੋਂ ਅਲੱਗ ਹੁੰਦਾ, ਜਾਂ ਮਤਲਬ ਕਿ ਪ੍ਰਮਾਤਮਾ ਦਾ ਗਿਫਟ ਹੁੰਦਾ ਤਾਂ ਕਿ, ਜਾਂ ਸਾਧਨਾ ਨਾਲ ਆਪਣੇ ਆਪ ਹੀ ਹੁੰਦਾ ਰਹਿੰਦਾ? ਇਹ ਪਰਮਾਤਮਾ ਕਿਰਪਾ ਕਰਦਾ ਫੇਰ ਹੀ ਚੜ੍ਹਦੀ, ਉਹਨਾਂ ਚਿਰ ਸੁਣ ਚੜ੍ਹ ਸਕਦੀ? ਨਹੀਂ ਦੇਖੋ, ਇਹ ਤੁਸੀਂ ਕਰ ਰਹੇ ਹੋ। ਆਪਾਂ ਨੇ ਸਿਰਫ ਜਿਹੜਾ ਹੈਗਾ, ਦੇਖੋ ਆਪਾਂ ਨੇ ਤਾਂ ਹੁਕਮ ਬਜਾਉਣਾ ਹੈ। ਮਾਲਕ ਕਹਿੰਦਾ ਕਿ ਮੈਨੂੰ ਨਹੀਂ ਪਤਾ ਵੀ ਤੂੰ ਕਿੰਨਾ ਨੈਗੇਟਿਵ ਹੈ, ਕਿੰਨੀ ਗਾਰਬੇਜ ਹੈ ਤੇਰੇ ਅੰਦਰ, ਕਿੰਨੇ ਕੁ ਪਾਪ ਆ, ਕਿੰਨਾ ਕੁ ਤੇਰੀ ਕਾਲਕ ਹੈਗੀ, ਮੈਂ ਉਸ ਨੂੰ ਨਹੀਂ ਜਾਣਦਾ। ਮੈਨੂੰ ਇਹ ਮੈਂ ਇਹ ਚਾਹੁੰਦਾ ਵੀ ਤੂੰ ਜਿਹੜਾ ਹੈਗਾ ਮੇਰੇ ਰਸਤੇ ਤੇ ਕਿੰਨਾ ਕੁ ਗੰਭੀਰ ਆ, ਤੂੰ ਜਿਹੜਾ ਹੈਗਾ ਮੇਰੇ ਵੱਲ ਆਉਣ ਨੂੰ ਕਿੰਨਾ ਕੁ ਤੇਰੇ ਅੰਦਰ ਜਿਹੜਾ ਹੈਗਾ ਇੱਛਾ ਤੇਰੀ ਕਿੰਨੀ ਕੁ ਹੈਗੀ, ਤੂੰ ਮੇਰੇ ਨਾਲ ਪਿਓਰਲੀ ਅੰਦਰੋਂ ਆਉਣਾ ਚਾਹੁੰਦਾ ਹੈ, ਜਾਂ ਕਿ ਤੂੰ ਮੇਰੇ ਨਾਲ ਹਾਲੇ ਜਿਹੜਾ ਤੇਰੀ ਸੁਰਤ ਮਾਇਆ ਦੇ ਵਿੱਚ ਹੀ ਹੈ ਤੇ ਉੱਪਰੋਂ ਆਉਣਾ ਚਾਹੁੰਦਾ। ਬਸ ਆਹ ਚੀਜ਼ ਮਾਲਕ ਚਾਹੁੰਦਾ ਹੈ। ਆਪਾਂ ਤਾਂ ਚਿੜੀ ਹੈਗੇ ਆ ਭਾਈ। ਚਿੜੀ ਨੇ ਜਿਹੜਾ ਹੈਗਾ ਸਮੁੰਦਰ ਜੰਗਲ 'ਚ ਅੱਗ ਲੱਗੀ ਹੈ, ਤੇ ਮਾਲਕ ਤਾਂ ਕਹਿੰਦਾ ਤੇ ਚਿੜੀ ਤੂੰ ਜਿਹੜਾ ਹੈਗਾ ਤੂੰ ਚੁੰਝ ਦੇ ਵਿੱਚ ਪਾਣੀ ਲਿਆਈ ਕਿ ਨਹੀਂ ਲਿਆਈ, ਤੂੰ ਲੈਣ ਗਈ ਕਿ ਨਹੀਂ ਪਾਣੀ, ਉਹ ਚਾਹੁੰਦਾ ਹੈ ਮਾਲਕ। ਬਸ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਾਪਤ ਆਇਓ। ਬਸ ਪ੍ਰੇਮ ਆ ਜੇ ਤੁਹਾਨੂੰ ਉਹਦੇ ਨਾਲ, ਫਿਰ ਤਾਂ ਕੋਈ ਮੁਸ਼ਕਿਲ ਹੀ ਨਹੀਂ। ਮੈਂ ਕੁਛ ਮੁਸ਼ਕਿਲ ਚੋਂ ਨਿਕਲ ਰਿਹਾ, ਗੁਜ਼ਰ ਰਿਹਾ, ਮੈਂ ਤਾਂ ਮੈਂ ਪੁੱਛਿਆ ਸੀ, ਮੈਂ ਸ਼ਾਇਦ ਚਲੋ ਸਾਧਕ ਨੇ ਸਾਰੇ ਕੋਈ ਬਾਕੀ ਨੂੰ ਦਿੱਕਤ ਆਉਂਦੀ ਹੋਊਗੀ ਇਸ ਤਰ੍ਹਾਂ। ਠੀਕ ਹੈ ਕਿ ਟਾਈਮ ਬਣਿਆ ਦਾ ਲੱਗਣ ਨੂੰ ਵੀ ਸ਼ਾਇਦ ਟਾਈਮ ਲੱਗਦਾ,
ਜਾਂ ਕੁਛ ਇਸ ਤਰ੍ਹਾਂ ਪ੍ਰਮਾਤਮਾ ਦੀ ਕਿਰਪਾ ਹੀ ਹੁੰਦੀ ਸ਼ਾਇਦ ਵੀ। ਨਹੀਂ, ਕਿਰਪਾ ਦੇ ਬਾਰੇ ਆਪਾਂ ਨਹੀਂ ਸੋਚਣਾ, ਕਿਰਪਾ ਦੇ ਆਪਾਂ ਨੇ ਨਹੀਂ ਸੋਚਣਾ, ਧਿਆਨ ਦੇ ਬਾਰੇ ਆਪਾਂ ਨੇ ਨਹੀਂ ਸੋਚਣਾ। ਹਾਂਜੀ, ਪਰਮਾਤਮਾ ਨੇ ਤੇ ਕਿਰਪਾ ਰੋਜ਼ ਬਿਠਾ ਦਿੰਦਾ, ਬਹਿ ਵੀ ਜਾਈਦਾ ਬਸ। ਉਹ ਬਸ ਥੋੜਾ ਆਨੰਦ ਵਾਲੀ ਪੋਜੀਸ਼ਨ ਨਹੀਂ ਬਣਦੀ ਹਲੇ ਵੀ, ਉਹ ਬਣੇਗੀ ਆਪਾਂ ਨਹੀਂ। ਦੇਖੋ ਆਪਾਂ ਭਿਖਾਰੀ ਹੈਗੇ ਆ ਬੱਚੇ, ਆਪਾਂ ਭਿਖਾਰੀ ਹੈਗੇ ਆ, ਆਪਾਂ ਦਰ ਤੇ ਬੈਠਣਾ ਹੈ ਬਸ। ਦਰ ਭੀਖ ਤਾਂ ਮਾਲਕ ਨੇ ਦੇਣੀ ਆ ਨਾ, ਉਹਦੀ ਮਰਜ਼ੀ ਆ ਕਿ ਨਹੀਂ ਮਰਜ਼ੀ। ਆਪਾਂ ਆਪਣਾ ਰਾਈਟ ਥੋੜੀ ਨਾ ਹੈਗਾ, ਆਪਾਂ ਨੇ ਤਾਂ ਬੈਠਣਾ ਹੈ ਜਾ ਕੇ, ਮਾਲਕ ਨੇ ਦੇਣਾ ਹੈ। ਕਦੋਂ ਦੇਣੀ ਹੈ, ਕਿਹਨੂੰ ਦੇਣੀ ਹੈ, ਕਿੰਨੀ ਦੇਣੀ ਆ, ਇਹ ਤਾਂ ਮਾਲਕ ਜਾਣਦਾ ਹੈ ਭਾਈ। ਮੈਨੂੰ ਕਈ ਵਾਰ ਡਾਊਟ ਹੋਣ ਲੱਗ ਪਤਾ ਮੇਰੇ ਜਿਹੜੇ ਸਰੀਰ 'ਚ ਕਮੀ ਹੈ ਵੀ ਨਹੀਂ ਪਿਆ ਨਹੀਂ ਆਪਣੀ ਕਾਲਕ ਜਿਹੜੀ ਹੈਗੀ, ਕਾਲਕ 'ਚ ਕਮੀ ਆ ਆਪਣੀ। ਮਨ 'ਚ ਇਹ ਇੱਛਾ ਰੱਖ ਕੇ ਨਾ ਜਪਿਆ ਜਾਵੇ, ਜਾਂ ਇਹ ਨਾ ਢੀਕਿਆ ਜਾਵੇ ਨਾ ਕਿ ਸਾਡੇ ਤੇ ਹੁਣ ਕਿਰਪਾ ਹੋਈ, ਸਾਡੇ ਤੇ ਹੁਣ ਕਿਰਪਾ ਹੋਈ। ਇਸ ਚੀਜ਼ ਨੂੰ ਭੁੱਲ ਕੇ ਬੈਠੀਏ ਕਿ ਸਾਡੇ ਤੇ ਕਿਰਪਾ ਹੋਵੇ, ਕਿਉਂਕਿ ਖਿਆਲ ਹੀ ਤਾਂ ਆਪਾਂ ਜ਼ੀਰੋ ਕਰਨੇ ਆ। ਮਨ 'ਚ ਰੱਖ ਕੇ ਜੇ ਆਪਾਂ ਬੈਠਾਂਗੇ ਤੇ ਫੇਰ ਮੁਸ਼ਕਿਲ ਆਏਗੀ। ਬਿਨਾਂ ਖਿਆਲਾਂ ਤੋਂ, ਬਿਨਾਂ ਵਿਚਾਰਾਂ ਤੋਂ, ਬਿਨਾਂ ਇੱਛਾ ਤੋਂ ਆਪਾਂ ਜਦੋਂ ਸ਼ੁਰੂ ਕਰਾਂਗੇ ਫਿਰ ਵਾਹਿਗੁਰੂ ਆਪੇ ਕਿਰਪਾ ਕਰ ਦੇਣਾ। ਬਸ ਬਿਲਕੁਲ ਸਹੀ ਹੈ। ਨਾਲੇ ਬਾਬਾ ਜੀ ਜ਼ੀਰੋ ਜਿਹੜਾ ਹੈਗਾ ਉਹ ਅਲਟੀਮੇਟ ਗੋਲ ਨਹੀਂ ਹੈਗਾ, ਤੁਸੀਂ ਫੇਰ ਵੀ ਕੰਟੀਨਿਊ ਕਰਨਾ। ਹਾਂਜੀ, ਨਹੀਂ ਜ਼ੀਰੋ ਜਿਹੜਾ ਹੈਗਾ ਤਾਂ ਤੁਸੀਂ ਜ਼ੀਰੋ ਹੋ ਗਏ ਤੇ ਬਸ ਜਿਹੜਾ ਹੈਗਾ ਵਿਚਾਰ ਮੰਡਲ ਤੋਂ ਕ੍ਰਾਸ ਹੋ ਗਏ, ਤੇ ਉਸ ਤੋਂ ਬਾਅਦ ਤਾਂ ਜਿਹੜਾ ਹੈਗਾ ਫਿਰ ਤਾਂ ਆਨੰਦ ਹੀ ਆਨੰਦ ਹੈ ਨਾ, ਫਿਰ ਤਾਂ ਸੁਖੈਨ ਹੈ, ਫਿਰ ਮਾਇਆ ਪਿੱਛੇ ਰਹਿ ਗਈ ਨਾ। ਫਿਰ ਯਾਤਰਾ ਤਾਂ ਬਹੁਤ ਸੁਖੈਨ ਯਾਤਰਾ ਹੈਗੀ, ਉਹ ਤਾਂ ਬੜੇ ਨਹੀਂ। ਜੇ ਤੁਸੀਂ ਜ਼ੀਰੋ ਹੋ ਗਏ ਤੇ ਫਿਰ ਅੱਜ ਮੈਂ ਕਰਦਾ, ਅੱਜ ਮੈਂ ਜ਼ੀਰੋ ਹੋ ਜਾਂਦਾ, ਕੱਲ ਨੂੰ ਫਿਰ ਮੈਨੂੰ ਸਾਧਨਾ ਤਾਂ ਕਰਨੀ ਪੈਣੀ ਨਾ। ਨਹੀਂ ਦੇਖੋ, ਜੇ ਤੁਸੀਂ ਵਿਚਾਰ ਮੰਡਲ ਕ੍ਰਾਸ ਕਰ ਗਏ ਤੇ ਵਾਪਸ ਜਿਹੜਾ ਹੈਗਾ ਫਿਰ ਤੁਸੀਂ ਨਹੀਂ, ਫਿਰ ਦੁਨੀਆ 'ਚ ਆਉਂਦੇ ਹੋ ਤਾਂ ਵੀ ਤੁਹਾਡੀ ਸੁਰਤ ਉੱਥੇ ਹੀ ਟਿਕੀ ਹੋਈ ਆ। ਤੁਸੀਂ ਉਹ ਨਹੀਂ ਹੋ ਸਕਦਾ ਤੁਸੀਂ ਡਿੱਗ ਜਾਓਗੇ ਥੱਲੇ ਵਾਪਸ ਆ ਜਾਓਗੇ, ਨਾ ਉਹ ਖਤਮ ਹੋ ਗਈ ਕਹਾਣੀ। ਹੁਣ ਸਾਰਾ ਕੁਝ ਤੁਹਾਡੇ ਕੰਟਰੋਲ ਦੇ ਵਿੱਚ ਹੈਗਾ। ਹਾਂ ਵੀਰ ਜੀ, ਉਹ 9 ਸਰ ਸੁਪਰ 10ਵੇਂ ਪੂਰੇ ਤੈ ਆਨੰਦ ਸੁਣ, ਆਵਾਜ਼ ਆ ਰਹੀ ਹੈ? ਹਾਂਜੀ ਤੈ ਆਨੰਦ ਸੁਣ ਬਜਾਵੇਂ ਤੂਰੇ, ਆਨੰਦ ਸੁਣ ਬਜਾਵੇਂ ਤੂਰੇ। ਬਿਲਕੁਲ, ਕਿਉਂਕਿ ਮੈਂ ਡਰਾਈਵਿੰਗ 'ਚ ਆ, ਮੈਂ ਇਸ ਕਰਕੇ ਮੈਂ ਵਿੱਚ ਬੋਲ ਰਿਹਾ, ਕਿਉਂਕਿ 9 ਸਰ ਸੁਪਰ, ਕਿਉਂਕਿ ਜਿੰਨੀ ਦੇਰ ਅਸੀਂ 9 ਦਰਵਾਜ਼ੇ ਨਹੀਂ ਬੰਦ ਕਰਾਂਗੇ ਨਾ, ਤਾਂ ਉਹ ਜਿਹੜੀ ਮਾਲਕ ਦੀ ਪ੍ਰਾਣ ਸ਼ਕਤੀ ਉਹਨੂੰ ਉੱਪਰ ਜਾਣ ਨੂੰ ਰਸਤਾ ਅਸੀਂ ਆਪ ਹੀ ਬਲੌਕ ਕੀਤਾ। ਇਹਦਾ ਮਤਲਬ ਬਿਲਕੁਲ ਆਪ ਹੀ। ਉਹ 9 ਦਰਵਾਜ਼ੇ ਬੰਦ ਕਰਕੇ ਜਿੱਦਾਂ ਹੀ ਅਸੀਂ ਸੁੰਨ ਅਵਸਥਾ 'ਚ ਉਸ ਵਿਚਾਰ ਮੰਡਲ ਤੋਂ ਬੈਠਾਂਗੇ, ਉਹਦਾ ਸੁਭਾਅ ਹੈ, ਉਹਨੇ ਨਿਕਲਣਾ ਹੀ ਹੈ ਉੱਪਰ ਨੂੰ, ਨਿਕਲਣਾ ਹੀ ਹੈ ਉੱਪਰ ਨੂੰ, ਕੋਈ ਹੋਰ ਇਲਾਜ ਹੀ ਹੈ ਨਹੀਂ। ਬਿਲਕੁਲ ਪ੍ਰਾਣ ਸ਼ਕਤੀ, ਉਹਨੇ ਆਉਣਾ ਹੀ ਆਉਣਾ, ਕਹਿਣ ਦਾ ਮਤਲਬ। ਬਿਲਕੁਲ ਪ੍ਰਾਣ ਸ਼ਕਤੀ ਨੇ ਤਾਂ ਉੱਪਰ ਜਾਣਾ ਹੀ ਜਾਣਾ ਹੈ। ਜਿੱਥੇ ਸੁਰਤ ਹੈ ਆਪਣੀ, ਪ੍ਰਾਣ ਸ਼ਕਤੀ ਆਪਣੀ ਸੁਰਤ ਦੇ ਮਗਰ ਜਾਂਦੀ ਹੈ। ਬਸ ਮਨ ਆਪਣੀ ਸੁਰਤ ਦੇ ਮਗਰ ਜਾਂਦਾ ਹੈ। ਪਰ ਇਹ ਹੈਗਾ ਕਿ ਬਾਹਰ ਥੱਲੇ ਨੂੰ ਮਨ ਨੂੰ ਜਾਣ ਵਾਸਤੇ ਜਿਹੜੀ ਇੰਨੀ ਰੋਡ ਆ ਕਿ ਲਾਈਟ ਦੀ ਸਪੀਡ ਤੋਂ ਵੀ ਤੇਜ਼ ਤੁਰਦਾ ਹੈ। ਉੱਪਰ ਨੂੰ ਜਾਣ ਵਾਸਤੇ ਜਿਹੜਾ ਹੈਗਾ, ਕਬੀਰ ਜੀ ਕਹਿੰਦੇ ਆ ਮਨ ਕਰ ਬੈਲ ਸੂਰਤ ਕਰ ਪੈਂਡਾ। ਉੱਪਰ ਨੂੰ ਜਿਹੜੀ ਚੜ੍ਹਾਈ ਹੈ, ਇਸ ਕਰਕੇ ਪਾਈ ਪਸੀਨੋ ਪਸੀਨੇ ਹੋ ਜਾਈਦਾ ਤੇ ਮਨ ਬੈਲ ਦੀ ਸਪੀਡ ਨਾਲ ਚੜ੍ਹਦਾ ਹੈ ਉੱਪਰ ਨੂੰ। ਬਸ ਆਹੀ ਹੈਗਾ ਯਾਤਰਾ। ਉਹ ਤਾਂ ਹੀ ਕਹਿੰਦੇ ਜੋ ਤੋਂ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੋਰੀ ਆਓ। ਮਤਲਬ ਤੂੰ ਤਲ ਤੇ ਆ ਜਾ, ਬਿਲਕੁਲ ਜ਼ਮੀਨ ਤੇ ਆ ਜਾ, ਜ਼ਮੀਨ ਤੋਂ ਵੀ ਥੱਲੇ ਟੋਏ 'ਚ ਆ ਜਾ। ਬਿਲਕੁਲ ਤੂੰ ਆਪਣੇ ਆਪ ਨੂੰ ਬਿਲਕੁਲ ਉੱਥੇ ਖਤਮ ਕਰ ਦੇ, ਆਪਣੇ ਆਪ ਨੂੰ, ਕਿ ਵੀ ਮੈਂ ਕੁਛ ਨਹੀਂ, ਮਾਲਕ ਹੈ ਸਭ ਕੁਛ। ਆਪੇ ਉਹਦਾ ਕੋਈ ਚਾਰਾ ਹੀ ਨਹੀਂ, ਉਹਨੇ ਭਰ ਦੇਣਾ। ਉਹ ਖਾਲੀ ਜਗ੍ਹਾ ਤੇ ਚਾਹੀਦੀ, ਉਹਨੂੰ ਖਾਲੀ ਜਗ੍ਹਾ ਆਪਾਂ ਦੇ ਨਹੀਂ ਪਾ ਰਹੇ। ਬਸ ਉੱਥੇ ਆਪਣੇ ਵਿਚਾਰ ਹੈਗੇ, ਆਪਾਂ ਹੁਣ ਖਾਲੀ ਜਗ੍ਹਾ ਦੇਣੀ ਆ। ਚੇਅਰ ਤੇ ਆਉਣ ਨੂੰ ਤਾਂ ਤਿਆਰ ਬੈਠਣ ਨੂੰ ਇੱਕੋ ਹੀ ਬੈਠ ਸਕਦਾ ਉੱਥੇ, ਜਾਂ ਮੈਂ ਜਾਂ ਤੂੰ। ਔਰ ਜਿਹੜਾ ਹੈਗਾ ਵਿਚਾਰ ਹੀ ਜਗ੍ਹਾ ਭਰੀ ਹੋਈ, ਜਗ੍ਹਾ ਵਿਚਾਰਾਂ ਨਹੀਂ ਭਰੀ ਹੋਈ ਆ ਭਾਈ। ਵਿਚਾਰ ਹੀ ਨਹੀਂ ਲੈਣੇ, ਭਾਵੇਂ ਚੰਗੇ ਹੋਣ ਮੰਦੇ ਹੋਣ, ਵਿਚਾਰ ਲੈਣੇ ਹੀ ਨਹੀਂ ਆਪਾਂ ਨੇ। ਬਸ ਆਹ ਗੱਲ ਹੈਗੀ, ਕਿਉਂਕਿ ਮਾਇਆ ਨੇ ਫਿਰ ਰੂਪ ਬਦਲ ਲੈਣਾ ਹੈ। ਮਾਇਆ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨੇ ਕਹਿਣਾ ਇਹ ਵਿਚਾਰ ਇਹ ਲੈਂਦਾ ਨਹੀਂ ਆ, ਇਹਨੂੰ ਹੁਣ ਮੈਂ ਜਿਹੜਾ ਹੈਗਾ, ਇਹਨੂੰ ਹੁਣ ਗਿਆਨ ਦੇ ਵਿਚਾਰ ਦੇਵਾਂ ਮੈਂ ਇਹਨੂੰ। ਇਹਨੇ ਜਿਹੜਾ ਗਿਆਨ ਲਿਆ, ਜਿਸ ਗਿਆਨ ਦੇ ਨਾਲ ਇਹ ਇੱਥੇ ਪਹੁੰਚਿਆ ਹੈ, ਇਹਨੂੰ ਇਹ ਗਿਆਨ ਦੇ ਵਿਚਾਰ ਦੇ ਕੇ ਜਿਹੜਾ ਫਿਰ ਵਿਚਾਰਾਂ 'ਚ ਮੈਂ ਉਲਝਾ ਲਾਂ, ਇਹ ਬਰੀਕੀ ਹੋ ਜਾਣੀ ਹੈ ਗੇਮ ਦੀ ਭਾਈ। ਅੱਜ ਫਿਰ ਆਏ ਨਹੀਂ ਹੈ ਗੋਰਖੀ ਸਾਹਿਬ, ਅੱਜ ਵੀ ਸ਼ਾਇਦ ਆਪਾਂ ਸ਼ੁਰੂ ਕਰੀਏ। ਜਿਹੜੇ ਵੀ ਹੈਗੇ ਭਾਈ, ਹੁਣ ਸਾਰੇ ਕਾਫੀ ਜਿਹੜੇ ਹੈਗੇ, ਬਹੁਤ ਮੈਨੂੰ ਤਾਂ ਹੁਣ ਬਹੁਤ ਖੁਸ਼ੀ ਹੋ ਰਹੀ ਹੈ ਕਿ ਸੰਗਤ ਜਿਹੜੀ ਹੈਗੀ ਆ ਕਾਫੀ ਜਿਹੜੀ ਹੈਗੀ ਆ, ਮਾਲਕ ਦੀ ਕਿਰਪਾ ਹੈ ਭਾਈ। ਅੱਜ ਆਪਾਂ 1162 1162 ਇੱਥੋਂ ਪੈਰੋ ਰਾਗ ਦੇ ਵਿੱਚ ਕਬੀਰ ਜੀ ਦਾ ਸ਼ਬਦ ਲੈ ਰਹੇ ਹਾਂ।
ਅਸ਼ਟਪਦੀਆਂ ਹੈਗੀਆਂ ਘਰ ਦੂਜੇ ਦੇ ਵਿੱਚ। 2 ਹੈਗੇ ਇਹ ਅਸ਼ਟਪਦੀਆਂ, ਦੋ ਹੈਗੀਆਂ, 1 ਔਰ 2, ਉਹਦੇ ਵਿੱਚ ਗਿਆਨ ਖਤਮ ਹੁੰਦਾ ਹੈ। ਅਤੇ ਦੇਖਦੇ ਹਾਂ ਆਪਾਂ ਕਿਉਂਕਿ 8 ਪਦੇ ਹੈਗੇ, ਇਸ ਕਰਕੇ ਸ਼ਾਇਦ ਇੱਕੋ ਹੀ ਲਈ ਜਾਏ। ਪੈਰੋ ਕਬੀਰ ਜੀਓ ਅਸ਼ਟਪਦੀ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ, ਅਗਮ ਦੁਰਗਮ ਗੜ ਰਚਿਓ ਬਾਸ, ਜਾਮੈ ਜੋਤ ਕਰੇ ਪ੍ਰਗਾਸ। ਦੇਖੋ ਮੈਂ ਪਹਿਲਾਂ ਹੀ ਕਿਹਾ ਸੀਗਾ ਬਈ ਜਿਹੜਾ ਹੈਗਾ ਇਹ ਗਿਆਨ ਨੇ ਆਪਾਂ ਨੂੰ ਸਿਰਫ ਧਿਆਨ ਦੇ ਬਾਰੇ ਜਾਣਕਾਰੀ ਦੇਣੀ ਹੈ, ਔਰ ਧਿਆਨ ਦੇ ਬਾਰੇ ਆਪਾਂ ਨੂੰ ਨੁਕਤੇ ਦੱਸਣੇ ਆ। ਸਿਰਫ ਵਿਚਾਰ ਬੰਦ ਕਰਨ ਦੇ ਬਾਰੇ ਹੀ ਗਿਆਨ ਨੇ ਗੱਲ ਕਰਨੀ ਹੈ। ਉਹ ਕਹਿੰਦੇ ਭਾਈ ਦੇਖ, ਇੱਕ ਅਗਮ ਕਹਿੰਦੇ ਆ ਜਿੱਥੇ ਨਾ ਗਮਤਾ ਹੋਏ, ਦੁਰਗਮ ਕਹਿੰਦੇ ਆ ਬੜਾ ਹੀ ਔਖਾ, ਬੜਾ ਔਖਾ, ਦੁਰਗਮ ਗੜ ਰਚਿਓ ਬਾਸ। ਇਹ ਗੜ ਜਿਹੜਾ ਹੈਗਾ ਤੈਨੂੰ ਗੜ ਦੇ ਵਿੱਚ ਜਾਣਾ ਪੈਣਾ ਹੈ, ਇਹਦੇ ਵਿੱਚ ਬਾਸ ਕਰਨਾ ਪੈਣਾ ਹੈ। ਸੁੰਨ ਗੁਫਾ ਜਿਹਨੂੰ ਕਹਿੰਦੇ ਆ, ਸੁੰਨ ਗੁਫਾ ਮੇ ਆਸਣ ਬੈਸਣ ਕਲਪ ਵਿਵਰਜਿਤ ਪੰਥਾ। ਇੱਥੇ ਕਹਿੰਦੇ ਆ ਇਸ ਗੜ ਦੇ ਵਿੱਚ ਤੈਨੂੰ ਅੰਦਰ ਜਿਹੜਾ ਹੈਗਾ ਉੱਥੇ ਚੁੱਪ ਦੇ ਵਿੱਚ ਵਿਚਾਰਾਂ ਤੋਂ ਪਰੇ ਤੈਨੂੰ ਜਾ ਕੇ ਵਾਸਾ ਕਰਨਾ ਪੈਣਾ ਹੈ। ਜੇ ਤੂੰ ਧਿਆਨ ਕਰਨਾ ਚਾਹੁੰਦਾ ਹੈ ਮਾਲਕ ਪਰਮਾਤਮਾ ਦਾ, ਆਪਣੀ ਆਤਮਾ ਦਾ, ਤੂੰ ਆਤਮਾ ਦੇ ਵਿੱਚ ਹੀ ਹੈਗਾ ਪਰ ਵਿਚਾਰਾਂ ਕਰਕੇ ਤੂੰ ਬਾਹਰ ਹੈਗਾ ਹੈ। ਵਿਚਾਰ ਛੱਡੇਗਾ ਤੇ ਤੂੰ ਆ ਜਾਏਗਾ। ਤੇਰੀ ਯਾਤਰਾ ਇਸ ਤਰ੍ਹਾਂ ਜਿਹੜੀ ਹੁੰਦੀ ਹੈ। ਅਗਮ ਦੁਰਗਮ ਗੜ ਰਚਿਓ ਬਾਸ। ਅਭਿਆਸੀ ਨੇ ਕੀ ਕਰਤਾ, ਇੱਕ ਐਸੇ ਉੱਥੇ ਸੁੰਨ ਦੇ ਵਿੱਚ ਜਿਹੜਾ ਹੈਗਾ ਵਿਚਾਰ ਜਿਹੜਾ ਹੈਗਾ ਸ਼ੂਨਯ ਅਵਸਥਾ ਦੇ ਵਿੱਚ ਵਾਸਾ ਕਰ ਲਿਆ। ਜਾਮੈ ਜੋਤ ਕਰੇ ਪ੍ਰਗਾਸ, ਜਿਹਦੇ ਅੰਦਰ ਮਾਲਕ ਪਰਮਾਤਮਾ ਜੋਤ ਪ੍ਰਕਾਸ਼ ਕਰ ਦਿੰਦਾ ਹੈ, ਆਤਮਾ ਪ੍ਰਕਾਸ਼, ਆਤਮ ਪ੍ਰਕਾਸ਼ ਕਰ ਦਿੰਦਾ ਹੈ। ਉਹ ਉਸ ਜਗ੍ਹਾ ਤੇ ਪਹੁੰਚਦਾ ਹੈ। ਅਗਮ ਦੁਰਗਮ ਜੋ ਆਪਾਂ ਦੇਖੋ ਵਿਚਾਰ ਕਰ ਰਹੇ ਸੀਗੇ, ਉਹੀ ਵਿਚਾਰ ਅੱਗੇ ਕਬੀਰ ਜੀ ਨੇ ਖੋਲ੍ਹਣੀ ਸੀਗੀ, ਤਾਂ ਕਰਕੇ ਇਹ ਵਿਚਾਰਾਂ ਚੱਲ ਰਹੀਆਂ ਸੀਗੀਆਂ। ਅਗਮ ਦੁਰਗਮ ਗੜ ਰਚਿਓ ਬਾਸ, ਜਾਮੈ ਜੋਤ ਕਰੇ ਪ੍ਰਗਾਸ। ਬਿਜਲੀ ਚਮਕੈ ਹੋਏ ਆਨੰਦ, ਜੇ ਪੌੜੇ ਪ੍ਰਭ ਬਾਲ ਗੋਬਿੰਦ। ਕਹਿੰਦੇ ਉੱਥੇ ਇਸ ਤਰ੍ਹਾਂ ਜਦ ਅਭਿਆਸ ਕਰਦਾ ਤੇ ਇਸ ਤਰ੍ਹਾਂ ਲਹਿਰ ਉੱਠਦੀ ਹੈ ਉਹਦੇ ਅੰਦਰ ਜਿਹੜੀ ਹੈ। ਜਦੋਂ ਸੁੰਨ ਦੇ ਵਿੱਚ ਜਾਂਦਾ ਹੈ, ਜਦੋਂ ਜਿਹੜੀ ਹੈਗੀ ਆ ਉਹਦੇ ਅੰਦਰ ਜਿਹੜੀ ਹੈਗੀਆਂ ਅਨਹਦ ਸ਼ਬਦ ਜਿਹੜੇ ਹੈਗੇ ਉਹਨਾਂ ਨੂੰ ਫੜਦਾ ਹੈ, ਜਦ ਉਹਦੀ ਸੁਰਤ ਜਿਹੜੀ ਹੈਗੀ ਚੱਲਦੀ ਹੈ ਉਹਦੇ ਨਾਲ, ਤੇ ਕਹਿੰਦੇ ਕਿ ਬਿਜਲੀ ਵਾਂਗੂ ਚਮਕਦੀ ਹੈ। ਜਿਸ ਤਰ੍ਹਾਂ ਬਿਜਲੀ ਚਮਕਦੀ ਹੈ ਇਸ ਤਰ੍ਹਾਂ ਲਹਿਰ ਅੰਦਰ, ਖੁਸ਼ੀ ਦੀ ਲਹਿਰ ਇਸ ਤਰ੍ਹਾਂ ਝਰਨਾਹਟ ਫਿਰ ਜਾਂਦੀ ਹੈ ਉਹਦੇ ਅੰਦਰ, ਇੰਨਾ ਖੁਸ਼ੀ ਖੇੜਾ ਆ ਜਾਂਦਾ ਹੈ। ਬਿਜਲੀ ਚਮਕੇ ਹੋਏ ਆਨੰਦ ਹੁੰਦਾ ਹੈ। ਕਹਿੰਦੇ ਬਹੁਤ ਖੁਸ਼ੀ ਹੁੰਦੀ ਹੈ, ਬਿਆਨ ਨਹੀਂ ਕਰ ਸਕਦੇ ਉਸ ਚੀਜ਼ ਨੂੰ, ਉਹ ਸ਼ਬਦਾਂ ਦੇ ਵਿੱਚ ਨਹੀਂ ਆ ਸਕਦੀ ਕੋਈ ਚੀਜ਼, ਕੋਈ ਸਵਾਦ ਜਿਹੜਾ ਹੈਗਾ ਉਹਨੂੰ ਸ਼ਬਦਾਂ ਦੇ ਵਿੱਚ ਕਿਸ ਤਰੀਕੇ ਨਾਲ ਆਪਾਂ ਬਿਆਨ ਕਰਾਂਗੇ ਭਾਈ। ਬਿਜਲੀ ਚਮਕੇ ਹੋਏ ਆਨੰਦ, ਜਿਹ ਪੌੜੇ ਪ੍ਰਭ ਬਾਲ ਗੋਬਿੰਦ। ਪੌੜੇ ਕੀ ਹੈਗਾ, ਇਹ ਪੌੜੇ ਵਰਡ ਜਿਹੜਾ ਹੈਗਾ ਇਹਨੂੰ ਖੋਲ੍ਹਣਾ ਲਾਜ਼ਮੀ ਹੈਗਾ। ਦੇਖੋ ਪੌੜੀ ਹੁੰਦੀ ਆ ਤੇ ਪੌੜੇ ਮਤਲਬ ਪੌੜੀ ਤੇ ਜਿਹੜਾ ਆ ਗਿਆ, ਜਿਹਨੇ ਪੌੜੀ ਤੇ ਪੈਰ ਧਰਤਾ। ਜੇ ਪੌੜੇ ਪ੍ਰਭ ਬਾਲ ਗੋਬਿੰਦ, ਉਹ ਗੋਬਿੰਦ, ਉਹ ਬਾਲ, ਮਾਲਕ ਪਰਮਾਤਮਾ, ਆਤਮਾ ਇੱਕੋ ਜਿਹੀ ਰਹਿੰਦੀ। ਆਪਣੀ ਆਤਮਾ ਤਾਂ ਬਾਲ ਗੋਬਿੰਦ ਹੈਗੀ। ਉਹ ਨਾ ਬੁੱਢੀ ਹੁੰਦੀ ਆ, ਉਹਨੂੰ ਕੋਈ ਜਿਹੜਾ ਹੈਗਾ ਨਾ ਕੋਈ ਮੌਤ ਰੋਕ ਉਹਨੂੰ ਕਰ ਸਕਦੀ, ਕੋਈ ਚੀਜ਼ ਉਹਨੂੰ ਪ੍ਰਭਾਵਿਤ ਨਹੀਂ ਕਰ ਸਕਦੀ। ਉਹ ਅਵਿਨਾਸ਼ੀ ਹੈਗੀ ਆ। ਜਿਸ ਦੇ ਅੰਦਰ ਉਹ ਅਵਿਨਾਸ਼ੀ, ਉਹ ਮਾਲਕ ਪਰਮਾਤਮਾ ਪੈਰ ਰੱਖਦਾ ਆ। ਜਿਹੇ ਪੌੜੇ ਪ੍ਰਭ ਬਾਲ ਗੋਬਿੰਦ। ਕੀ ਹੁੰਦਾ ਆ ਦੇਖੋ ਹੁਣ ਇਹਨੂੰ ਦੁਬਾਰਾ ਲੈਣਾ ਮੈਂ। ਅਗਮ ਦੁਰਗਮ ਗੜ ਰਚਿਓ ਬਾਸ, ਜਾਮੈ ਜੋਤ ਕਰੇ ਪ੍ਰਗਾਸ। ਬਿਜਲੀ ਚਮਕੈ ਹੋਏ ਆਨੰਦ, ਜਿਹੇ ਪੌੜੇ ਪ੍ਰਭ ਬਾਲ ਗੋਬਿੰਦ। ਇਹ ਜਿਉ ਰਾਮ ਨਾਮ ਲਿਵ ਲਾਗੈ। ਆਇਆ ਲਿਵ ਲੱਗ ਜਾਂਦੀ ਹੈ ਉਹਦੇ ਵਿਚਾਰ ਬੰਦ ਹੋ ਜਾਂਦੇ ਆ। ਇਹ ਰਾਮ ਦੇ ਨਾਮ ਦੇ ਨਾਲ ਲਿਵ ਲੱਗ ਜਾਂਦੀ ਹੈ ਭਾਈ। ਰਾਮ ਨਾਮ ਕੀ ਹੈਗਾ? ਰਾਮ ਨਾਮ ਕੋਈ ਅੱਖਰ ਨਹੀਂ ਹੈਗਾ। ਰਾਮ ਨਾਮ ਜਿਹੜਾ ਹੈਗਾ ਇਹ ਅੱਖਰ ਤੋਂ ਰਹਿਤ ਹੈਗਾ ਭਾਈ। ਇਹ ਹੁਣ ਕੋਈ ਧੁਨ ਹੈਗੀ, ਇਹਨੂੰ ਕਿਹੜੇ ਅੱਖਰਾਂ ਦੇ ਨਾਲ ਦੱਸਾਂਗੇ ਭਾਈ। ਇਹ ਜਿਉ ਰਾਮ ਨਾਮ ਲਿਵ ਲਾਗੈ, ਜਰਾ ਮਰਨ ਛੂਟੈ ਭ੍ਰਮ ਭਾਗੈ। ਕਹਿੰਦੇ ਬਸ ਸਰੀਰ ਦਾ ਬਹੁਤ ਖਤਮ ਹੋ ਗਿਆ। ਜਰਾ ਕਹਿੰਦੇ ਬੁਢੇਪਾ, ਮਰਨ ਕਹਿੰਦੇ ਜਨਮ ਮਰਨ ਛੁੱਟ ਗਿਆ ਕਹਿੰਦੇ, ਔਰ ਭਰਮ ਕਹਿੰਦੇ ਆ ਮਾਇਆ, ਆ ਧੋਖਾ, ਆ ਟਰੈਪ, ਜੋ ਆਕਾਰ ਪਾਇਆ, ਜੋ ਰਸਕਸ ਪਾਇਆ, ਜੋ ਦੁਨੀਆ ਦੇ ਪਦਾਰਥ ਪਾਏ ਆ ਮਾਲਕ ਪਰਮਾਤਮਾ ਨੇ,
ਜੋ ਆਦਮੀ ਨੂੰ ਟਰੈਪ ਕਰਨ ਦੇ ਮੱਛੀ ਦੇ ਵਾਸਤੇ ਜਿਹੜਾ ਹੈਗਾ ਕੁੰਡੇ ਦੇ ਵਿੱਚ ਜੋ ਪਾ ਕੇ ਸੁੱਟਿਆ ਹੈ ਮਾਲਕ ਪਰਮਾਤਮਾ ਨੇ, ਜਿਹਦੇ ਵਿੱਚ ਆਪਾਂ ਫਸ ਜਾਂਦੇ ਹਾਂ ਔਰ ਫਿਰ ਜਿਹੜਾ ਹੈਗਾ ਜਨਮਾਂ ਜਨਮਾਂ ਦੇ ਵਿੱਚ ਭੌਂਟਣੀਆਂ ਖਾਂਦੇ ਹਾਂ। ਇਹ ਤਿੰਨੋਂ ਦੇਖੋ ਇੱਕੋ ਲਾਈਨ ਦੇ ਵਿੱਚ ਤਿੰਨੋਂ ਦੇ ਤਿੰਨੋਂ ਜਿਹੜੇ ਹੈਗੇ ਚੀਜ਼ਾਂ ਪਾਸੇ ਹੋ ਗਈਆਂ। ਜਰਾ ਮਰਨ ਛੂਟੈ ਭ੍ਰਮ ਭਾਗੈ। ਜਦ ਲਿਵ ਲੱਗ ਗਈ, ਜਿਹਦੇ ਅੰਦਰ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਦਾ ਜਿਹੜਾ ਹੈਗਾ ਬਿਜਲੀ ਚਮਕਣ ਲੱਗ ਪਈ, ਜਿਹਦੇ ਅੰਦਰ ਜਿਹੜਾ ਹੈਗਾ ਉਹ ਬਾਲ ਗੋਬਿੰਦ ਜਿਹੜਾ ਹੈਗਾ ਪੈਰ ਧਰਤਾ ਬਾਲ ਗੋਬਿੰਦ ਨੇ। ਇੱਕ ਵਾਰੀ ਹੋਰ ਲਈਏ, ਬਹੁਤ ਦੇਖੋ ਕਿੰਨਾ ਪ੍ਰੈਕਟੀਕਲ ਗੱਲ ਕਰ ਰਹੇ ਆ ਕਬੀਰ ਜੀ। ਅਗਮ ਦੁਰਗਮ ਗੜ ਰਚਿਓ ਬਾਸ, ਜਾਮੈ ਜੋਤ ਕਰੇ ਪ੍ਰਗਾਸ, ਬਿਜਲੀ ਚਮਕੈ ਹੋਏ ਆਨੰਦ, ਜਿਹ ਪੌੜੇ ਪ੍ਰਭ ਬਾਲ ਗੋਬਿੰਦ। ਇਹ ਜਿਉ ਰਾਮ ਨਾਮ ਲਿਵ ਲਾਗੈ, ਜਰਾ ਮਰਨ ਛੂਟੈ ਭ੍ਰਮ ਭਾਗੈ। ਰਹਾਓ ਅਵਰਨ ਵਰਨ ਸਿਓ ਮਨ ਹੀ ਪ੍ਰੀਤ। ਪਰ ਜਿਹੜੇ ਹੈਗੇ ਹੁਣ ਜਿਹੜੇ ਇਹ ਅਪੋਜ਼ਿਟ ਦੱਸ ਦਿੱਤਾ, ਇਹ ਰਸਤਾ ਨਹੀਂ ਧਿਆਨ ਸਿਮਰਨ ਵਾਲਾ ਕਰਨਾ ਤੇ ਦੁਨੀਆ ਦੇ ਵਿੱਚ ਵਿਚਰੇਗਾ ਪਿਆਰਿਆ। ਦੁਨੀਆ ਦੇ ਵਿੱਚ ਵਿਚਰੇਗਾ ਤੇ ਕੋਈ ਤੈਨੂੰ ਜਿਹੜਾ ਹੈਗਾ ਚੰਗਾ ਲੱਗੂਗਾ, ਕੋਈ ਤੈਨੂੰ ਮੰਦਾ ਲੱਗੂਗਾ, ਕੋਈ ਉੱਚਾ ਲੱਗੂਗਾ, ਕੋਈ ਨੀਵਾਂ ਲੱਗੂਗਾ। ਅਵਰਨ ਵਰਨ, ਕਿਸੇ ਨਾਲ ਪਿਆਰ ਪਾਏਗਾ, ਕਿਸੇ ਨਾਲ ਨਫ਼ਰਤ ਕਰੇਗਾ। ਅਵਰਨ ਵਰਨ ਸਿਓ ਮਨ ਹੀ ਪ੍ਰੀਤ, ਮਨ ਦੇ ਨਾਲ ਤੇਰੇ ਅੰਦਰ ਜਿਹੜਾ ਹੈਗਾ ਤੇਰੇ ਅੰਦਰ ਸੰਸਕਾਰ ਬਣ ਜਾਣੇ ਆ। ਦੁਨੀਆ ਦੇ ਵਿੱਚ ਤੂੰ ਨਿਊਟਰਲ ਤਾਂ ਰਹਿ ਨਹੀਂ ਸਕਦਾ। ਇਹ ਅਵਰਨ ਵਰਨ ਤਾਂ ਤੇਰਾ ਚੱਲਣਾ ਹੀ ਚੱਲਣਾ ਹੈ, ਕੋਈ ਉੱਚਾ ਕੋਈ ਨੀਵਾਂ, ਕੋਈ ਚੰਗਾ ਕੋਈ ਮੰਦਾ, ਇਹ ਤਾਂ ਹੋਣਾ ਹੀ ਹੋਣਾ ਹੈ। ਅਵਰਨ ਵਰਨ ਸਿਓ ਮਨ ਹੀ ਪ੍ਰੀਤ। ਸੈਕੰਡ ਜਿਹੜਾ, ਜੇ ਤੂੰ ਨਹੀਂ ਧਿਆਨ ਸਿਮਰਨ ਕਰੇਗਾ ਤੇ ਤੂੰ ਕਰੇਗਾ ਹੀ ਕਰੇਗਾ। ਦੋ ਰਸਤੇ, ਦੋ ਪਾਸੇ ਤੂੰ ਵਿੱਚ ਨਹੀਂ ਖੜਾ ਹੋ ਸਕਦਾ, ਜਾਂ ਇੱਧਰ ਜਾਂ ਉੱਧਰ, ਦੋਨਾਂ ਰਸਤਿਆਂ ਤੇ ਤੈਨੂੰ ਚੱਲਣਾ ਪਊਗਾ, ਕਿਸੇ ਵੀ ਰਸਤੇ ਤੇ। ਅਵਰਨ ਵਰਨ ਸਿਓ ਮਨ ਹੀ ਪ੍ਰੀਤ, ਹਉਮੈ ਗਾਵਨੇ ਗਾਵੇਂ ਗੀਤ। ਫਿਰ ਤੂੰ ਕੀ ਕਰੇਗਾ? ਫਿਰ ਤੂੰ ਮੈਂ ਮੇਰਾ ਸਰੀਰ, ਮੇਰੀ ਘਰਵਾਲੀ, ਮੇਰੇ ਬੱਚੇ, ਮੇਰੀ ਕਾਰ, ਤੇਰਾ, ਉਹਦਾ, ਫਲਾਣੇ ਦਾ, ਬਸ ਇਹਦੇ ਵਿੱਚ ਜਿਹੜਾ ਹੈਗਾ ਗੀਤ ਗਾਈ ਜਾਏਗਾ। ਫਿਰ ਤੂੰ 24/7 ਰਾਊਂਡ ਦੀ ਕਲਾਕ ਆਹੀ ਗੀਤ ਗਾਈ ਜਾਏਗਾ। ਇੱਕ ਰਸਤਾ ਹੈਗਾ, ਇਹਨੂੰ ਕਹਿੰਦੇ ਆਕਾਰ ਦਾ ਰਸਤਾ, ਮਾਇਆ ਦਾ ਰਸਤਾ, ਪਦਾਰਥਾਂ ਦਾ ਰਸਤਾ, ਸੰਸਾਰ ਦਾ ਰਸਤਾ ਹੈਗਾ। ਔਰ ਉਹ ਵੀ ਮਾਲਕ ਹੀ ਹੈ ਉਹਦੇ ਵਿੱਚ ਵੀ। ਇਹ ਆਪਾਂ ਇਹ ਚੀਜ਼ ਕਲੀਅਰ ਕਰੀਏ ਵੀ ਉਹਦੇ ਵਿੱਚ ਵੀ ਮਾਲਕ ਆ, ਪਰ ਮਾਲਕ ਕਹਿੰਦਾ ਉਹ ਮੈਂ ਆਪਣੀ ਸ਼ਕਤੀ ਦੇ ਨਾਲ ਰਚਨਾ ਕੀਤੀ ਹੋਈ ਹੈ। ਉਹ ਤੈਨੂੰ ਧੋਖਾ ਦੇਣ ਵਾਸਤੇ ਮੈਂ ਹੀ ਹੈਗਾ ਉਹਦੇ ਵਿੱਚ, ਪਰ ਮੈਂ ਤੈਨੂੰ ਉਹਦੇ ਨਾਲ ਮਿਲਣਾ ਨਹੀਂ ਹੈ ਉਸ ਤਰੀਕੇ ਦੇ ਨਾਲ। ਉੱਧਰ ਜਾਏਗਾ ਮੈਂ ਨਹੀਂ ਮਿਲੂੰਗਾ, ਉਹ ਤੇਰਾ ਧੋਖਾ ਹੈ। ਉਹਦੇ ਨਾਲ ਤੈਨੂੰ ਜਿਹੜਾ ਹੈਗਾ ਇਹ ਤੇਰਾ ਸੰਸਾਰ ਆ, ਜੂਨਾ ਆ, ਇਹ ਸਾਰਾ ਜਿਹੜਾ ਖੂਹ ਦੀਆਂ ਟਿੰਡਾਂ ਵਾਂਗੂ ਤੁਰਦਾ ਰਹੇਗਾ। ਔਰ ਇੱਧਰ ਜਿਹੜਾ ਹੈਗਾ ਕਹਿੰਦੇ ਇਸ ਪਾਸੇ ਆਏਗਾ ਤੇ ਤੂੰ ਆਪਣੇ ਆਪ ਨੂੰ ਪਛਾਣੇਗਾ, ਮੈਂ ਤੇਰੇ ਅੰਦਰ ਮੈਂ ਬੈਠ ਕੇ ਹੀ ਜਿਹੜਾ ਤੈਨੂੰ ਜਿਹੜਾ ਦੁਨੀਆ 'ਚ ਭੇਜਿਆ ਹੈ, ਮੈਂ ਹੀ ਬੈਠਾ ਹੈ ਤਾਂ ਦੁਨੀਆ 'ਚ ਜਿਹੜਾ ਤੂੰ ਆਇਆ, ਮੇਰੀ ਵਜ੍ਹਾ ਨਾਲ ਹੀ ਇਹ ਸਰੀਰ ਬਣਦਾ ਹੈ। ਅਵਰਨ ਵਰਨ ਸਿਓ ਮਨ ਹੀ ਪ੍ਰੀਤ, ਹਉਮੈ ਗਾਵਨੇ ਗਾਵੇਂ ਗੀਤ। ਕਹਿੰਦੇ ਉਹ ਤਾਂ ਬਸ ਫਿਰ ਤੂੰ ਹਉਮੈ ਦੇ ਗੀਤ, ਇਹ ਮੈਂ ਕਰਦਾ ਰਹੇਗਾ, ਤੂੰ ਤਾਂ ਕਰ ਨਹੀਂ ਸਕਦਾ ਭਾਈ। ਬਿਲਕੁਲ ਪ੍ਰੈਕਟੀਕਲ ਆ। ਦੇਖ ਲਈਏ ਆਪਣਾ ਦੇਖੋ ਗਿਆਨ ਦੇ ਵਿੱਚ ਵੀ ਆ ਕੇ, ਦੁਨੀਆ ਦੇ ਵਿੱਚ ਆ ਕੇ ਆਪਾਂ ਜਿਹੜੇ ਇੰਨਾ ਗਿਆਨ ਲੈ ਲੈਂਦੇ ਹਾਂ, ਔਰ ਫਿਰ ਗਿਆਨ ਦਾ ਹੀ ਜਿਹੜਾ ਹੈਗਾ ਆਪਾਂ ਨੂੰ ਜਿਹੜੀ ਹਉਮੈ ਹੋ ਜਾਂਦੀ ਆ। ਬਸ ਫਰ ਤੁਕਾਂ ਕੱਢ ਕੇ ਇੱਧਰੋਂ ਉੱਧਰੋਂ ਸਾਰਾ ਆਪਾਂ ਚਾਹੁੰਦੇ ਹਾਂ ਵੀ ਕਿਸੇ ਵੀ ਤਰੀਕੇ ਨਾਲ ਦੱਸੀਏ ਵੀ ਅਸੀਂ ਵੀ ਜਿਹੜੇ ਹੈਗੇ ਕੁਛ ਹੈਗੇ ਆ, ਅਸੀਂ ਵੀ ਤੀਰ ਸਮਾਰਕਾਂ ਹੈਗੇ ਆ ਭਾਈ। ਜਿਹੜਾ ਹੈਗਾ ਇਹ ਵੀ ਹਉਮੈ ਆ ਜਾਂਦੀ ਹੈ ਭਾਈ। ਹਉਮੈ ਗਾਵਨੇ ਅਵਰਨ ਵਰਨ ਸਿਓ ਮਨ ਹੀ ਪ੍ਰੀਤ, ਹਉਮੈ ਗਾਵਨੇ ਗਾਵੇਂ ਗੀਤ, ਅਨਹਦ ਸ਼ਬਦ ਹੋਤ ਝੁਨਕਾਰ। ਅਪੋਜ਼ਿਟ ਦੇਖ ਲਓ, ਦੂਸਰਾ ਰਸਤਾ ਹੋ ਗਿਆ। ਉਹ ਕਹਿੰਦੇ ਉਹ ਤਾਂ ਵਿਚਾਰ ਬੰਦ ਕਰ ਲਏ ਉਹਨੇ, ਉਹਦੇ ਅੰਦਰ ਤਾਂ ਅਨਹਦ ਸ਼ਬਦ ਚੱਲ ਪਿਆ ਭਾਈ। ਅਨਹਦ ਸ਼ਬਦ ਹੋਤ ਝੁਨਕਾਰ, ਉਹਦੇ ਅੰਦਰ ਤਾਂ ਬਸ ਉਹਦੇ ਅੰਦਰ ਤਾਂ ਖੇੜਾ ਹੀ ਖੇੜਾ, ਆਨੰਦ ਦੇ ਜਿਹੜੇ ਹੈਗੇ ਆ, ਆਨੰਦ ਦੀਆਂ ਲਹਿਰਾਂ ਉੱਠਣ ਲੱਗ ਪਈਆਂ ਉਹਦੇ ਅੰਦਰ ਤਾਂ ਮਸਤੀ ਆ ਗਈ। ਇੱਕ ਵਾਰੀ ਧਿਆਨ ਸਿਮਰਨ ਕਰ ਲੈ, ਦੇਖੋ ਤੁਸੀਂ ਦੇਖੋ ਤਾਂ ਸਹੀ, ਆਪਾਂ ਜਿਹੜੇ ਦੁਨੀਆ ਦੇ ਵਿੱਚ ਜਿਹੜਾ ਹੈਗਾ ਉਹ ਦਿਨ ਕਿਸ ਤਰ੍ਹਾਂ ਜਾਂਦਾ ਹੈ। ਐਸਾ ਨਸ਼ਾ ਚੜ੍ਹ ਜਾਂਦਾ ਹੈ। ਕੀ ਆ ਦੂਸਰੇ ਦੁਨੀਆ ਦੇ ਨਸ਼ੇ ਕੀ ਹੈਗੇ ਇਹਦੇ ਸਾਹਮਣੇ? ਕੱਖ ਵੀ ਨਹੀਂ ਹੈਗੇ ਭਾਈ, ਕੱਖ ਵੀ ਨਹੀਂ ਹੈਗੇ। ਉਹ ਤਾਂ ਜਿਹੜਾ ਹੈਗਾ ਇਨਸਾਨ ਜਿਹੜਾ ਹੈਗਾ ਜਿਨ ਪਿਆ ਸੇ ਮਸਤ ਪਏ ਹੈ, ਟੂਟੇ ਬੰਧਨ ਫਾਹੇ, ਜੋਤੀ ਜੋਤ ਸਮਾਨੀ ਭੀਤਰ ਤਾਂ ਛੋੜੇ ਮਾਇਆ ਕੇ ਲਾਹੇ। ਉਹ ਤਾਂ ਹੈ ਹੀ, ਉਹਦਾ ਤਾਂ ਮੁਕਾਬਲਾ ਹੀ ਨਹੀਂ ਕਰ ਸਕਦੇ।
ਉਹ ਦੋਨਾਂ ਦਾ ਕੰਪੈਰੀਜ਼ਨ ਹੀ ਜਿਹੜਾ ਹੈਗਾ ਗਲਤ ਹੈਗਾ। ਅਵਰਨ ਬਰਨ ਸਿਉ ਮਨ ਹੀ ਪ੍ਰੀਤ, ਹਉਮੈ ਗਾਵੇਂ ਗੀਤ, ਅਨਹਦ ਸ਼ਬਦ ਹੋਤ ਝੁਨਕਾਰ। ਵਾਹ ਬਈ ਵਾਹ। ਜੇ ਪੌੜੇ ਪ੍ਰਭ ਸ੍ਰੀ ਗੋਪਾਲ, ਉੱਥੇ ਬਾਲ ਗੋਪਾਲ ਕਹਿਤਾ ਸੀਗਾ, ਇੱਥੇ ਸ੍ਰੀ ਗੋਪਾਲ ਕਹਿਤਾ। ਹੈ ਉਹੀ ਮਾਲਕ ਪਰਮਾਤਮਾ, ਉਸੇ ਨੇ ਪੈਰ ਧਰਿਆ ਆ। ਦੂਸਰੇ ਬੰਦ ਦੇ ਵਿੱਚ ਵੀ ਸੇਮ ਦੀ ਸੇਮ, ਦੇਖੋ ਯਾਤਰਾ ਉਹੀ ਦੀ ਹੋਈ, ਗੱਲਾਂ ਉਹੀ ਦੀਆਂ ਹੋਈਆਂ, ਐਕਸ ਬਸ ਕਾਰਵਾਈ ਸੇਮ ਦੀ ਸੇਮ। ਹੁਣ ਤੀਸਰਾ ਬੰਦ ਆ ਗਿਆ, ਖੰਡ ਮੰਡਲ 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 ਮੰਡਾ। ਕਹਿੰਦੇ ਖੰਡਲ ਜਿਹੜੇ ਹੈਗੇ, ਇਹ ਖੰਡ ਬਣੇ ਜਿਹੜੇ ਪਲੈਨਟਸ ਵਗੈਰਾ ਜੋ ਦਿਸ ਰਹੇ ਆਪਾਂ ਨੂੰ, ਧਰਤੀ ਧੁਰਤੀ ਸੂਰਜ ਸਾਰੇ, ਇਹ ਮੰਡਲ ਕਹਿੰਦੇ ਆ ਇੱਕ ਪਰਟੀਕੂਲਰ ਜਿਹੜਾ ਸੈੱਟ। ਖੰਡ ਮੰਡਲ ਮੰਡਾ, ਇਹਨਾਂ ਨੂੰ ਬਣਾਉਣ ਵਾਲਾ ਮੰਡਣ ਵਾਲਾ ਉਹ ਮਾਲਕ ਪਰਮਾਤਮਾ। ਇਹ ਸਾਰਾ ਬਣਾਉਣ ਵਾਲਾ ਉਹ ਮਾਲਕ ਪਰਮਾਤਮਾ ਹੈਗਾ। ਖੰਡ ਮੰਡਲ ਮੰਡਾ, ਤ੍ਰਿ ਅਸਥਾਨ, ਧਰਤ ਪਤਾਲ ਆਕਾਸ਼, 3 ਸਥਾਨ ਆ। 3 ਗੁਣ ਮਾਇਆ ਦੇ ਹੈਗੇ, ਤਮੋ ਰਜੋ ਸਤਾ, 3 ਗੁਣੀ ਤ੍ਰਿਗੁਣੀ ਮਾਇਆ ਹੈਗੀ, ਧਰਤ ਪਤਾਲ ਆਕਾਸ਼ ਦੇ ਵਿੱਚ ਛਾਈ ਹੋਈ ਹੈ। ਖੰਡਾ ਮਤਲਬ ਖੰਡ ਨਹੀਂ, ਖੰਡਾ ਮਤਲਬ ਕਿਸੇ ਚੀਜ਼ ਨੂੰ ਖੰਡਿਤ ਕਰ ਦੇਣਾ। ਕਹਿੰਦੇ ਖੰਡ ਮੰਡਲ ਮੰਡਾ, ਤ੍ਰਿ ਅਸਥਾਨ, 3 ਤ੍ਰਿਯ ਖੰਡਾ, ਤਿੰਨਾਂ ਦੀ ਕਹਿੰਦੇ ਆ ਮਾਇਆ ਜਿਹੜੀ ਹੈਗੀ ਉਹਦੀ ਪਾਵਰ ਖਤਮ ਕਰ ਦਿੰਦਾ ਹੈ। ਇਹ ਧਿਆਨ ਸਿਮਰਨ ਐਸਾ ਹੈਗਾ, ਧਿਆਨ ਸਿਮਰਨ। ਖੰਡਲ ਮੰਡਲ ਮੰਡਾ, ਤ੍ਰਿ ਅਸਥਾਨ, 3 ਤ੍ਰਿ ਖੰਡਾ, ਅਗਮ ਅਗੋਚਰ ਰਹਾ ਅਭਿਅੰਤ। ਕਹਿੰਦੇ ਉਹ ਅਗਮ ਨਹੀਂ ਗਮਿਆ ਜਾਣ ਵਾਲਾ, ਅਗੋਚਰ ਇੰਦਰੀਆਂ ਤੋਂ ਪਕੜ ਤੋਂ ਪਰੇ, ਉਹ ਰਹਾ ਆ ਗਿਆ। ਅਭਿਅੰਤਰ, ਅਬ ਕਹਿੰਦੇ ਹਿਰਦਾ, ਅੰਤ ਮਤਲਬ ਅੰਤਰ, ਹਿਰਦੇ ਦੇ ਵਿੱਚ ਆ ਗਿਆ। ਅਗਮ ਅਗੋਚਰ ਰਹਾ ਅਭਿਅੰਤ, ਪਾਰ ਨਾ ਪਾਵੇ ਕੋ ਧਰਣੀ ਧਰਮੰਤ। ਕਹਿੰਦੇ ਆ ਧਰਣੀ ਨੂੰ ਆਸਰਾ ਦੇਣ ਵਾਲਾ ਉਹ ਮਾਲਕ ਪਰਮਾਤਮਾ, ਉਹਦਾ ਮੰਤਰ ਕੀ ਆ? ਆਇਆ ਇਹ ਸੰਸਾਰ ਨੂੰ ਜਿੱਤਣ ਦਾ ਨੁਕਤਾ, ਆਇਆ ਗੁਰ, ਆਇਆ ਤਰੀਕਾ। ਇਸ ਨੂੰ ਪਾਰ ਨਾ ਪਾਵੇ ਕੋ ਧਰਣੀ ਧਰਮੰਤ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦਾ ਕੋਈ ਪਾਰ ਨਹੀਂ ਪਾ ਸਕਦਾ, ਹੋਰ ਕਿਸੇ ਤਰੀਕੇ ਦੇ ਨਾਲ ਉਹਦੇ ਕੋਲ ਨਹੀਂ ਜਾਇਆ ਜਾ ਸਕਦਾ। ਇਸ ਸੰਸਾਰ ਸਮੁੰਦਰ ਦਾ ਹੀ ਪਾਰ ਨਹੀਂ ਪਾਇਆ ਜਾ ਸਕਦਾ। ਸੁਖਬੀਰ ਸਿੰਘ ਜੀ, ਤੁਸੀਂ ਜਿਹੜਾ ਨਾ ਪ੍ਰੈਜ਼ੈਂਟ ਨਾ ਕਰਿਆ ਕਰੋ ਪਲੀਜ਼, ਇੱਥੇ ਨਾ ਕੁਛ ਕਰਿਆ ਕਰੋ ਡਿਸਟਰਬੈਂਸ। ਆਪਣਾ ਲੈਪਟਾਪ ਜਿਹੜਾ ਹੈਗਾ ਇਹਦੇ ਵਿੱਚ ਨਾ ਡਿਸਪਲੇ ਕਰਿਆ ਕਰੋ। ਤ੍ਰਿ ਅਸਥਾਨ, 3 ਤ੍ਰਿਖੰਡਾ, ਖੰਡਲ ਮੰਡਲ ਮੰਡਾ, ਤ੍ਰਿ ਅਸਥਾਨ, 3 ਤ੍ਰਿਖੰਡਾ, ਅਗਮ ਗੋਚਰ ਰਹਿਆ ਅਭਿਅੰਤ, ਪਾਰ ਨਾ ਪਾਵੈ ਕੋ ਧਰਣੀ ਧਰਮੰਤ। ਹਾਂਜੀ, ਸੁਖਬੀਰ ਸਿੰਘ ਪ੍ਰੈਜ਼ੈਂਟ ਕਰੀ ਜਾਂਦੇ ਕੁਛ ਨਾ ਕੁਛ। ਪਲੀਜ਼ ਤੁਸੀਂ ਸੁਣ ਨਹੀਂ ਰਹੇ। ਤੁਸੀਂ ਮੇਰੇ ਵਾਲੇ ਬਾਬਾ ਜੀ, ਮੈਂ ਤਾਂ ਕੁਛ ਨਹੀਂ ਭੇਜ ਰਿਹਾ। ਨਹੀਂ ਤੁਸੀਂ ਨਹੀਂ, ਸੁਖਬੀਰ ਕੋਈ ਹੈ, ਸੁਖਬੀਰ ਸਿੰਘ ਕੋਈ। ਸੌਰੀ ਹਾਂ, ਲੈਪਟਾਪ ਤੇ ਕੁਛ ਕਰ ਰਹੇ ਆ ਉਹ। ਸੁਖਬੀਰ ਸਿੰਘ ਜੀ ਤੁਹਾਡਾ। ਸੁਖਬੀਰ ਸਿੰਘ, ਪਲੀਜ਼ ਸਟਾਪ ਯੋਰ ਪ੍ਰੈਜੈਂਟੇਸ਼ਨ। ਹਾਂ ਹਾਂਜੀ ਸੁਖਬੀਰ। ਹਾਂ ਸੁਖਬੀਰ, ਚਲੋ ਦੇਖੋ ਹੁਣ ਆਪਾਂ ਨੇ ਤਾਂ ਕਹਿ ਤਾ। ਮੈਂ ਨਾ ਫਿਰ ਕਿਉਂਕਿ ਮੈਂ ਐਡਮਿਟ ਕਰਨਾ ਹੁੰਦਾ ਨਾ, ਮੈਨੂੰ ਫਿਰ ਡਿਸਟਰਬ ਆਉਂਦਾ। ਮੈਂ ਸੋਚਦਾ ਕੋਈ ਆ ਗਿਆ ਤੇ ਵਿਚਾਰ ਜਿਹੜੇ ਮੇਰੇ ਬੰਦ ਹੋ ਜਾਂਦੇ ਫਿਰ। ਸੁਖਬੀਰ ਸਿੰਘ ਜੀ, ਪਲੀਜ਼ ਸਟਾਪ ਪ੍ਰੈਜ਼ੈਂਟਿੰਗ। ਨਹੀਂ, ਉਹ ਸੁਣ ਹੀ ਨਹੀਂ ਰਹੇ ਜੀ। ਮੈਂ ਉਹਨਾਂ ਨੂੰ ਫਿਰ ਮੈਂ ਉਹਨਾਂ ਨੂੰ ਉਹ ਕਰਦਾ। ਚਲੋ ਹਾਂਜੀ, ਉਹਨਾਂ ਨੂੰ ਕੱਟ ਕਰ ਦਿਓ ਬਾਬਾ ਜੀ, ਕੱਟ ਕਰ ਦਿਓ ਪਲੀਜ਼। ਹਾਂ, ਨਹੀਂ ਹੋ ਗਿਆ। ਖੰਡਲ ਮੰਡਲ ਮੰਡਾ, ਤ੍ਰਿ ਅਸਥਾਨ, 3 ਤ੍ਰਿਖੰਡਾ, ਅਗਮ ਗੋਚਰ ਰਹਿਆ ਅਭਿਅੰਤ, ਪਾਰ ਨਾ ਪਾਵੈ ਕੋ ਧਰਣੀ ਧਰਮੰਤ। ਕਹਿੰਦੇ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਆਹ ਉਹਦਾ ਤਰੀਕਾ ਹੈਗਾ ਭਾਈ। ਇਸ ਤਰੀਕੇ ਦੇ ਨਾਲ ਉਹਨੇ ਆਹ ਗੇਮ ਬਣਾਈ ਹੋਈ ਆ। ਆਹ ਗੁਰ ਹੈਗੇ, ਇਸ ਦੇ ਨਾਲ ਆਹ ਟ੍ਰੇਨਿੰਗ ਚਾਹੀਦੀ ਆ। ਆਪਾਂ ਨੂੰ ਕੋਚ ਜਿਹੜੇ ਕਬੀਰ ਸਾਹਿਬ ਜਿਹੜੇ ਆਪਾਂ ਨੂੰ ਟ੍ਰੇਨਿੰਗ ਦੇ ਰਹੇ ਆ ਭਾਈ। ਇਸ ਤਰੀਕੇ ਦੇ ਨਾਲ ਇਹ ਗੇਮ ਜਿੱਤੀ ਜਾ ਸਕਦੀ ਆ, ਨਹੀਂ ਤਾਂ ਹੋਰ ਕੋਈ ਤਰੀਕਾ ਨਹੀਂ ਆ ਉਸ ਮਾਲਕ ਪਰਮਾਤਮਾ ਤੱਕ ਪਹੁੰਚਣ ਦਾ। ਇਹ ਸੰਸਾਰ ਸਮੁੰਦਰ ਜਿਹੜਾ ਹੈਗਾ, ਇਹ ਪ੍ਰਕਿਰਤੀ ਜਿਹੜੀ ਹੈਗੀ ਆ,
ਇਹਨੂੰ ਕ੍ਰਾਸ ਕਰਨ ਦਾ ਹੋਰ ਕੋਈ ਤਰੀਕਾ ਨਹੀਂ ਹੈਗਾ। ਹੋਰ ਕਿਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਗੇਮ ਨਹੀਂ ਜਿੱਤੀ ਜਾ ਸਕਦੀ। ਤੇ ਬ੍ਰਹਮ ਨੂੰ ਪਾਰ ਕਰਨਾ ਆ ਤੇ ਪਾਰ ਜਾਣਾ ਆ ਪਾਰ ਬ੍ਰਹਮ ਕੋਲ, ਤੇ ਆਹੀ ਤਰੀਕਾ ਹੈਗਾ। ਕਦਲੀ ਚੌਥਾ ਬੰਦ ਆ ਗਿਆ। ਕਦਲੀ ਪੋਹਪ ਧੂਪ ਪ੍ਰਗਾਸ। ਕਦਲੀ ਕਹਿੰਦੇ ਆ ਕੇਲਾ ਦਾ ਫੁੱਲ ਹੁੰਦਾ, ਉਹਦੇ ਵਿੱਚ ਖੁਸ਼ਬੂ ਹੁੰਦੀ ਹੈ। ਪੋਹਪ ਕਹਿੰਦੇ ਫੁੱਲ, ਧੂਪ ਕਹਿੰਦੇ ਆ ਖੁਸ਼ਬੂ। ਜਿਹੜਾ ਧੂਪ ਕਹਿੰਦੇ ਅਗਰਬੱਤੀ ਨੂੰ ਧੂਪ ਕਹਿ ਦਿੰਦੇ ਆਪਾਂ। ਕਦਲੀ ਪੋਹਪ ਧੂਪ ਪ੍ਰਗਾਸ ਕਹਿੰਦੇ ਉਹਦੇ ਅੰਦਰ ਖੁਸ਼ਬੂ ਦਾ ਪ੍ਰਕਾਸ਼ ਹੁੰਦਾ ਹੈ। ਜਿਸ ਤਰ੍ਹਾਂ ਕੇਲੇ ਦੇ ਵਿੱਚ ਉਸੇ ਤਰੀਕੇ ਦੇ ਵਿੱਚ ਰਜ ਪੰਕਜ ਮੈਂ ਲਿਓ ਨਿਵਾਸ। ਜਿਵੇਂ ਜਿਹੜਾ ਹੈਗਾ ਪੰਕਜ ਕਹਿੰਦੇ ਕਮਲ, ਰਜ ਕਹਿੰਦੇ ਆ ਪਰਾਗ, ਜਿਹਦੇ ਵਾਸਤੇ ਭੌਰਾ ਜਾਂਦਾ ਹੈ। ਕਮਲ ਦੇ ਵਿੱਚ ਪਰਾਗ ਜਿਵੇਂ ਹੁੰਦਾ ਹੈ, ਇਸ ਤਰੀਕੇ ਦੇ ਨਾਲ ਦੁਆਦਸ ਦਲ ਅਭਿਅੰਤਰ ਮੰਤ, ਐਸੇ ਤਰੀਕੇ ਦੇ ਨਾਲ ਅਭਿਆਸੀ ਦੇ ਹਿਰਦੇ ਦੇ ਵਿੱਚ ਅਬ ਕਹਿੰਦੇ ਹਿਰਦਾ, ਦੁਆ ਕਹਿੰਦੇ 2, 10 ਕਹਿੰਦੇ 10, 10 ਤੇ 2 12 ਪੰਖੜੀਆਂ ਵਾਲਾ ਕਮਲ ਜਿਹੜਾ, ਜਿਸ ਤਰ੍ਹਾਂ ਐਗਜ਼ਾਮਪਲ ਲਈ ਹੈ ਮਹਾਰਾਜ ਨੇ, ਹਿਰਦੇ ਦੇ ਅੰਦਰ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਦਾ ਜਿਹੜਾ ਹਿਰਦਾ ਕਮਲ ਜਿਹੜਾ ਜਿੱਥੇ ਸੰਸਕਾਰ ਹੈਗੇ ਆਪਣੇ। ਹਿਰਦਾ ਕੋਈ ਫਿਜ਼ੀਕਲ ਨਹੀਂ ਹੈਗਾ। ਹਿਰਦਾ ਜਿਹੜਾ ਹੈਗਾ ਜਿੱਥੇ ਸੰਸਕਾਰ ਪਏ ਹੋਏ ਆਪਣੇ ਸਾਰੇ ਦੇ ਸਾਰੇ ਮਾਇਆ ਦੇ, ਜਿੱਥੇ ਲੀਹਾਂ, ਜਿੱਥੇ ਜਿਹੜੇ ਹੈਗੇ ਸਾਰੀ ਨੈਗੇਟਿਵਿਟੀ ਔਰ ਸਾਰੀ ਦੁਨੀਆ ਦਾ ਜਿਹੜਾ ਹੈਗਾ ਆਪਾਂ ਸਮੇਟ ਕੇ ਬੈਠੇ ਹੋਏ ਹਾਂ। ਜਿੱਥੇ ਜਿਹੜਾ ਹੈਗਾ ਜਿਹੜੇ ਹੈਗੇ ਜਿਹਨੂੰ ਕਹਿ ਸਕਦੇ ਹਾਂ ਆਪਾਂ ਕਿ ਸਾਰੀ ਕਾਲਕ, ਸਾਰੀ ਗੰਦਗੀ ਜਿਹੜੀ ਹੈਗੀ ਆ। ਦੁਆਦਸ ਦਲ ਅਭਿਅੰਤਰ ਮੰਤ, ਉੱਥੇ ਜਿਹੜੇ ਹੈਗੇ ਉਹ ਖੁਸ਼ਬੂ ਆ ਜਾਂਦੀ ਹੈ, ਉਹ ਕਮਲ ਸਿੱਧਾ ਹੋ ਜਾਂਦਾ ਹੈ। ਦੁਆਦਸ ਦਲ ਅਭਿਅੰਤਰ ਮੰਤ, ਉਹਦੇ ਅੰਦਰ ਜਿਹਦੇ ਅੰਦਰ ਆਹ ਮੰਤਰ ਦੇ ਦੁਆਰਾ ਜਿਹਦੀ ਸੁਰਤ ਉੱਥੇ ਪ੍ਰਵੇਸ਼ ਕਰ ਜਾਂਦੀ ਹੈ। ਦੁਆਦਸ ਦਲ ਅਭਿਅੰਤਰ ਮੰਤ ਜਹ ਪੌੜੇ ਸ੍ਰੀ ਕਮਲਾ ਕੰਤ, ਜਿਹਦੇ ਅੰਦਰ ਉਸ ਕਮਲਾ ਦੇ ਪਤੀ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ। ਉਹਦੇ ਪੈਰ ਪੌੜੀ 'ਤੇ ਜਿਵੇਂ ਪੈਰ ਰੱਖਦੇ ਆ, ਜਿਹਦੇ ਅੰਦਰ ਉਹ ਮਾਲਕ ਪਰਮਾਤਮਾ ਦੇ ਪੈਰ ਆ ਜਾਂਦੇ। ਪੰਜਵਾਂ ਬੰਦ ਆ ਗਿਆ। ਅਰਧ ਉਰਧ ਮੁਖ ਲਾਗੋ ਕਾਸ। ਕਹਿੰਦੇ ਅਰਧ ਉਰਧ ਕੀ ਆ? ਅਰਧ ਹੈਗੀ ਆ ਜਿਹੜੀ, ਜੇ ਆਪਾਂ ਅਰਧ ਦੇ ਵਿੱਚ ਹੈਗੇ ਆ, ਆਕਾਸ਼ ਜਿਹੜਾ ਹੈਗਾ ਉਰਧ ਦੇ ਵਿੱਚ ਹੈਗਾ। ਅੱਧਾ ਹਿੱਸਾ ਆਇਆ ਅੱਧਾ ਹੋਇਆ। ਜਿਵੇਂ ਜਿਹੜਾ ਇੱਕ ਗੇਂਦ ਹੁੰਦੀ ਆ, ਉੱਪਰੋਂ ਜਿਹੜੀ ਹੈਗੀ ਆ ਔਰ ਥੱਲਿਓਂ ਅੱਧੀ ਤੇ ਉੱਪਰੋਂ ਦੋਨਾਂ ਨੂੰ ਮਿਲਾ ਦੋ ਗੋਲ ਹੋ ਜਾਂਦੀ ਹੈ। ਉਸੇ ਤਰੀਕੇ ਦੇ ਨਾਲ ਆਹ ਸ੍ਰਿਸ਼ਟੀ ਹੈਗੀ, ਧਰਤੀ ਆਕਾਸ਼, ਇਹਦੇ ਨਾਲ ਜਿਹੜਾ ਹੈਗਾ ਇਹਦੇ ਵਿੱਚੋਂ ਮਾਲਕ ਪਰਮਾਤਮਾ ਪੂਰੀ ਤਰ੍ਹਾਂ ਸਮਾਇਆ ਹੋਇਆ ਹੈ। ਅਰਧ ਉਰਧ ਮੁੱਖ ਲਾਗੋ ਕਾਸ, ਉਹਦੇ ਨਾਲ ਅਭਿਆਸੀ ਜਿਹੜਾ ਹੈਗਾ, ਅਭਿਆਸੀ ਦੇ ਅੰਦਰ ਵੀ ਉਸੇ ਤਰੀਕੇ ਦੇ ਨਾਲ ਪ੍ਰਕਾਸ਼ ਹੋ ਜਾਂਦਾ ਹੈ। ਕਾਸ ਦਾ ਮਤਲਬ ਪ੍ਰਕਾਸ਼। ਅਰਧ ਉਰਧ ਮੁੱਖ ਲਾਗੋ ਕਾਸ, ਸੁੰਨ ਮੰਡਲ ਮੈਂ ਕਰ ਪ੍ਰਗਾਸ। ਕਿਹਦੇ ਅੰਦਰ? ਜਿਹੜਾ ਸੁੰਨ ਮੰਡਲ ਦੇ ਵਿੱਚ ਚਲੇ ਜਾਂਦਾ ਹੈ, ਜਿਹੜਾ ਵਿਚਾਰ ਮੰਡਲ ਛੱਡ ਦਿੰਦਾ ਹੈ, ਉਹਦੇ ਅੰਦਰ ਆ ਪ੍ਰਕਾਸ਼ ਹੋ ਜਾਂਦਾ ਹੈ। ਉਹਦੇ ਅੰਦਰ ਜਿਹੜਾ ਹੈਗਾ ਹੁਣ ਹਨੇਰਾ ਨਹੀਂ ਰਿਹਾ, ਮਾਇਆ ਹੈ ਹੀ ਨਹੀਂ, ਮਾਇਆ ਜਾ ਹੀ ਨਹੀਂ ਸਕਦੀ ਉੱਥੇ। ਉਹਦੇ ਅੰਦਰ ਕਾਹਦਾ ਹਨੇਰਾ ਹੈਗਾ ਹੁਣ ਇਸ ਟਾਈਮ? ਉਹਦੇ ਅੰਦਰ ਤਾਂ ਬਸ ਸਿਰਫ ਜਿਹੜਾ ਹੈਗਾ ਆਤਮਾ ਦਿਸਦੀ, ਆਤਮਾ ਹੈ ਸਾਹਮਣੇ, ਉਹਨੂੰ ਚਾਰੋਂ ਪਾਸੇ ਮਾਲਕ ਪਰਮਾਤਮਾ ਹੀ ਦਿਸਦਾ ਹੈ ਉਹਨੂੰ। ਐਸਾ ਹੈਗਾ ਉਹ ਸੁੰਨ ਮੰਡਲ ਭਾਈ, ਜਿੱਥੇ ਮਾਇਆ ਦੀ ਪਕੜ, ਮਾਇਆ ਦੀ ਜਿਹੜੀ ਹੈਗੀ ਸੱਚਾਈ, ਜਿਹੜੀ ਮਾਇਆ ਦੀ ਸਾਹਮਣੇ ਆ ਜਾਂਦੀ ਹੈ। ਉਹਾਂ ਸੂਰਜ ਨਾ ਹੀ ਚੰਦ, ਕਹਿੰਦੇ ਨਾ ਹੁਣ ਉੱਥੇ ਕੋਈ ਸੂਰਜ ਹੈ ਨਾ ਕੋਈ ਚੰਦਰਮਾ ਹੈਗਾ ਦੁਨੀਆ ਦੇ ਵਿੱਚ। ਜਿਹੜੇ ਹੈ ਆਹ ਸੂਰਜ ਚੰਦ ਜਿਹੜੇ ਹੈਗੇ ਕੌਣ ਆ ਉੱਥੇ? ਫਿਰ ਆਦ ਨਿਰੰਜਨ ਕਰੇ ਆਨੰਦ, ਕਹਿੰਦੇ ਉੱਥੇ ਤਾਂ ਆਦ ਨਿਰੰਜਨ ਉਹ ਮਾਲਕ ਪਰਮਾਤਮਾ, ਜਿਹੇ ਜੀ ਉਹਦੀ ਜੋਤ ਹੈਗੀ ਆ, ਜਿਹੇ ਜਿਹਾ ਉਹ ਹੈਗਾ ਆਤਮਿਕ ਰੂਪ, ਪਰਮ ਆਤਮਾ, ਉਹ ਜਿਹਾ ਉਹ ਭੇਤ ਜਿਹੜਾ ਹੈਗਾ ਅਭਿਆਸੀ ਦੇ ਅੰਦਰ ਆ ਜਾਂਦਾ ਹੈ। ਉਹ ਜਿਹੜਾ ਹੈਗਾ ਤੂੰ ਕਰਤਾ ਤੂੰ ਭਇਆ ਮੁਝ ਮੇ ਰਹਾ ਨਾ ਹੂੰ। ਹੁਣ ਇਸ ਨੂੰ ਕਿਵੇਂ ਬਿਆਨ ਕਰੇ ਆਦਮੀ? ਕਿਸ ਤਰੀਕੇ ਨਾਲ ਦੱਸੇਗਾ ਇਸ ਚੀਜ਼ ਨੂੰ? ਧੰਨਿਆ ਕਬੀਰ ਜੀ, ਧੰਨਿਆ ਜਿਹੜੇ ਇਹ ਜਿਹੜੇ ਬ੍ਰਹਮ ਗਿਆਨੀ, ਜਿਹੜੇ ਕਿ ਆਪਾਂ ਨੂੰ ਜਿਹੜੇ ਹੈਗੇ ਜਿਹੜੀਆਂ ਹੈਗੀਆਂ ਇਸ ਤਰੀਕੇ ਦੇ ਨਾਲ ਫਿਰ ਵੀ ਜਿਹੜਾ ਹੈਗਾ ਉਹਨਾਂ ਨੇ ਆਪਾਂ ਨੂੰ ਇਸ਼ਾਰਿਆਂ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਬ੍ਰਹਮੰਡੇ ਪਿੰਡੇ ਸੋ ਜਾਨ, ਕਹਿੰਦੇ ਦੇਖ ਲਾ ਪਿਆਰਿਆ, ਜੋ ਬ੍ਰਹਮੰਡ ਤੈਨੂੰ ਦਿਸ ਰਿਹਾ ਆ ਨਾ, ਉਹ ਜੋਤੀ ਹੈ ਬ੍ਰਹਮੰਡ ਦੇ ਵਿੱਚ, ਸਿਰਫ ਮਾਲਕ ਪਰਮਾਤਮਾ ਦੀ ਜੋਤ ਹੈ। ਕਹਿੰਦੇ ਤੇਰੇ ਅੰਦਰ ਵੀ ਉਹੀ ਜੋਤ ਆ ਪਿਆਰਿਆ, ਉਹੀ ਕੁਛ ਤੇਰੇ ਅੰਦਰ ਹੈਗਾ, ਸਾਰੀ ਉਸੇ ਮਾਲਕ ਦੀ ਜੋਤ ਆ,
ਹੋਰ ਕੁਛ ਨਹੀਂ ਹੈਗਾ ਤੇਰੇ ਅੰਦਰ, ਬਾਕੀ ਸਾਰਾ ਜਿਹੜਾ ਫੈਬਰੀਕੇਟਡ ਹੈਗਾ। ਬਸ ਤੂੰ ਉਹ ਜੋਤ ਹੈਗਾ ਆ, ਉਹ ਮਾਲਕ ਦੀ ਜੋਤ ਆ, ਮਾਲਕ ਦੇ ਨਾਲ ਮਿਲਿਆ ਹੋਇਆ, ਨਾ ਕਿਤੇ ਜਾਣਾ ਹੈ ਨਾ ਕਿਤੇ ਆਉਣਾ ਹੈ, ਬਸ ਆਹ ਬੁੱਝਣਾ ਹੈ, ਇਸ ਜਗ੍ਹਾ ਤੇ ਪਹੁੰਚਣਾ ਹੈਗਾ, ਆਪਣੇ ਅੰਦਰ ਵੜਨਾ ਹੈ, ਮਾਇਆ ਨੂੰ, ਇਹ ਵਿਚਾਰਾਂ ਨੂੰ ਕ੍ਰਾਸ ਕਰਨਾ ਹੈ। ਸੋ ਬ੍ਰਹਮੰਡ ਪਿੰਡ ਸੋ ਜਾਨ, ਮਾਨ ਸਰੋਵਰੇ ਕਰ ਇਸ਼ਨਾਨ। ਆ ਮਾਨ ਸਰੋਵਰ ਭਾਈ ਕਿਹੜਾ, ਜਦ ਆਪਾਂ ਆਪਣੇ ਅੰਦਰ ਜਿਹੜੇ ਹੈਗੇ ਆਪਾਂ ਬੰਦ ਕਰਦੇ ਹਾਂ, ਅੱਖਾਂ ਬੰਦ ਕਰਕੇ ਜਦ ਆਪਾਂ ਆਪਣੇ ਵਿਚਾਰ ਬੰਦ ਕਰਦੇ ਹਾਂ ਅਤੇ ਤਾਂ ਆਪਾਂ ਮਾਨ ਸਰੋਵਰ 'ਚ ਪਹੁੰਚਦੇ ਹਾਂ। ਉੱਥੇ ਬੈਠਣਾ ਆ, ਉੱਥੇ ਬੈਠ ਕੇ ਜਿਹੜਾ ਹੈ ਮਾਲਕ ਨੇ ਜਿਹੜਾ ਹੈਗਾ ਰੋਜ਼ ਜਿਹੜਾ ਹੈਗਾ ਆਪਾਂ ਨੂੰ ਇਸ਼ਨਾਨ ਕਰਾ ਦੇਣਾ ਹੈ, ਰੋਜ਼ ਆਪਣੀ ਮੈਲ ਜਿਹੜੀ ਹੈਗੀ ਲੈ ਜਾਣੀ ਆ। ਕਦੀ ਵੀ ਐਸਾ ਨਹੀਂ ਹੋਏਗਾ ਕਿ ਆਪਾਂ ਉੱਥੇ ਜਾਈਏ, ਭਾਵੇਂ 1 ਸਕਿੰਟ ਵਾਸਤੇ ਵੀ ਰੁਕੀਏ ਉਸ ਜਗ੍ਹਾ 'ਤੇ, ਤਾਂ ਵੀ ਆਪਣੀ ਕੋਈ ਨਾ ਕੋਈ ਮੈਲ ਲਏਗੀ, ਤਾਂ ਵੀ ਆਪਾਂ ਪਵਿੱਤਰ ਹੋ ਗਏ। ਆਹ ਹੈਗਾ ਭਾਈ, ਇਹਦੇ ਹੁਣ ਉੱਥੇ ਜਿੰਨੀ ਦੇਰ ਮਾਲਕ ਦੀ ਮਿਹਰ ਹੈਗੀ ਔਰ ਆਪਣਾ ਜਿਹੜਾ ਹੈਗਾ ਆਪਣਾ ਪ੍ਰਯਾਸ ਹੈਗਾ ਭਾਈ, ਜਿੰਨੀ ਦੇਰ ਤੱਕ ਆਪਾਂ ਰੁਕਦੇ ਹਾਂ ਉਨੀ ਮੈਲ ਲਈ ਜਾਣੀ, ਆਪਣੀ ਪਵਿੱਤਰ ਹੋਈ ਜਾਣਾ ਆਪਾਂ ਨੇ। ਇਸ ਤਰ੍ਹਾਂ ਆਹ ਹੈਗਾ ਨਿਤਨੇਮ, ਆਹ ਨਿਤ ਕਰਨਾ ਹੈ ਆਪਾਂ ਨੇ, ਔਰ ਇਹਦੇ ਨਾਲ ਹੀ ਜਿਹੜੀ ਹੈਗੀ ਆਪਣੀ ਯਾਤਰਾ ਜਿਹੜੀ ਹੈਗੀ ਮਾਲਕ ਨੇ ਜਿਹੜਾ ਹੈਗਾ, ਕਿਉਂਕਿ ਆਪਾਂ ਜਿਹੜੇ ਹੈਗੇ ਆ ਮੰਗ ਰਹੇ ਹਾਂ ਮਾਲਕ ਕੋਲੋਂ, ਮੰਗ ਤਾਂ ਬੈਠ ਜਾਂਦਾ ਹੈ ਜਾ ਕੇ ਦਰ ਦੇ ਉੱਤੇ। ਦਰ ਕੀ ਹੈ, ਵਿਚਾਰ ਸ਼ੂਨਿਆ ਅਵਸਥਾ, ਉਹ ਦਰ ਹੈ ਮਾਲਕ ਦਾ। ਹੁਣ ਦਰ ਕਦੋਂ ਖੁੱਲ੍ਹਣਾ ਹੈ, ਉਹ ਜਿਹੜਾ ਹੈਗਾ ਉਹ ਮਾਲਕ ਨੇ, ਅਤੇ ਮਾਲਕ ਤਾਂ ਕਹਿੰਦਾ ਮੈਂ ਤਾਂ ਤੈਨੂੰ ਜਦ ਅੱਜ ਦਾ ਹੀ ਸੀਗਾ ਇਹ ਜਾਂ ਕੱਲ੍ਹ ਦਾ ਸੀਗਾ, ਉਹ ਕਹਿੰਦੇ ਜਦ ਤੂੰ ਇੱਕ ਕੋਹ ਦੀ ਯਾਤਰਾ ਵੀ ਪੂਰੀ ਕਰਦਾ ਹੈ ਅਤੇ 4 ਚਿੱਠੀਆਂ ਆ ਜਾਣਗੀਆਂ ਤੇਰੀਆਂ। ਮਾਲਕ ਜਿਹੜਾ ਹੈਗਾ ਤੈਨੂੰ ਜਿਹੜਾ ਹੈਗਾ ਤੇਰੇ ਅੰਦਰ ਜਿਹੜਾ ਹੈਗਾ ਇੰਨਾ ਕਰ ਦੇਗਾ ਤੈਨੂੰ ਜਿਹੜਾ ਹੈਗਾ ਕਿ ਆਪਣਾ ਜਿਹੜਾ ਹੈਗਾ ਆਪਣਾ ਐਗਜ਼ਿਸਟੈਂਸ ਜਿਹੜਾ ਮਾਲਕ ਆਪਾਂ ਤੈਨੂੰ ਸ਼ੋਅ ਕਰ ਦੇਗਾ, ਤੈਨੂੰ ਕੁਛ ਨਾ ਕੁਛ ਦੇ ਜਾਏਗਾ ਮਾਲਕ ਪਰਮਾਤਮਾ। ਤੂੰ ਤੁਰ ਤਾਂ ਸਹੀ ਨਾ, ਤੂੰ ਇੱਕ ਕੋਹ ਤਾਂ ਤੁਰ ਤਾਂ ਸਹੀ ਨਾ, ਕੋਹ ਤੁਰੀ ਨਹੀਂ ਤੇ ਧਿਆਈ, ਐਵੇਂ ਦਾ ਤਾਂ ਨਾ ਕਰ ਪਿਆਰਿਆ, ਤੂੰ ਚੱਲ ਔਰ ਦੇਖ, ਫਿਰ ਤੂੰ ਸਵਾਦ ਲੈ। ਉੱਥੇ 5ਵੀਂ ਪਾਤਸ਼ਾਹੀ ਦੱਸ ਰਹੀ ਸੀ ਭਾਈ, ਉਹ ਵੀ ਜਿਹੜਾ ਹੈ ਜੇ ਸਾਧ ਸੰਗਤ ਜੀ ਜੇ ਇਜਾਜ਼ਤ ਹੈ ਤਾਂ ਮੈਂ 1 ਸੈਕਿੰਡ ਉਹ ਕੱਢ ਲੈਣਾ ਹੈ, ਉਹ ਵੀ ਦੱਸ ਦਿੰਦਾ ਹੈ। ਉਹਦੇ ਵਿੱਚ ਸੀਗਾ ਆਪਣੇ ਆ ਸੀਗਾ ਸ਼ਬਦ, ਜੇ ਕਿਸੇ ਨੇ ਦੇਖ 624 ਅੰਗ ਦੇ ਉੱਤੇ ਸ਼ਬਦ ਸੀਗਾ, ਰਾਗ ਸੋਠ ਦੇ ਵਿੱਚ 5ਵੀਂ ਪਾਤਸ਼ਾਹੀ ਦਾ, ਦੈ ਦਿਸ ਛਤਰ ਮੇਘ ਘਟਾਘਟ ਦਾਮਨੇ ਚਮਕ ਡਰਾਇਓ, ਸੇਜ ਕੇਲੀ ਨੀਂਦ ਨਹਿ ਨੈਨੇ ਪਿਰ ਪਰਦੇਸ ਸਿਧਾਇਓ। ਹੁਣ ਨਹੀਂ ਸੰਦੇਸਰੋ ਮਾਇਓ, ਏਕ ਕੋਸਰੋ ਸਿੱਧ ਕਰਤ ਲਾਲ, ਤਬ ਚਤੁਰ ਪਾਤਰੋ ਆਇਓ। ਕਹਿੰਦੇ ਤੂੰ ਇੱਕ ਕੋਹ ਤਾਂ ਚੱਲਣਾ ਉਹ ਲਾਲ ਵੱਲ, ਇੱਕ ਕੋਹ ਤਾਂ ਸਿੱਧ ਕਰਨਾ ਮਤਲਬ ਪ੍ਰੈਕਟੀਕਲ ਤਾਂ ਕਰਨਾ। ਏਕ ਕੋਸਰੋ ਸਿੱਧ ਕਰਤ ਲਾਲ ਮਤਲਬ ਪਰਮਾਤਮਾ ਤੂੰ ਆਪਣੇ ਅੰਦਰ ਇੱਕ ਕੋਹ ਤਾਂ ਤੁਰ, ਬੈਠ ਤਾਂ ਸਹੀ ਨਾ ਥੋੜ੍ਹਾ ਉੱਥੇ, ਵਿਚਾਰ ਸ਼ੂન્ય ਕਰਕੇ ਬੈਠ, ਆਪਣੇ ਵਿਚਾਰਾਂ ਨੂੰ ਦੇਖ, ਵਿਚਾਰਾਂ ਨੂੰ ਨਾ ਆਉਣ ਦੇ। ਤਬ ਚਤੁਰ ਪਾਤਰੋ ਆਇਓ, ਤਾਂ ਕਹਿੰਦੇ 4 ਚਿੱਠੀਆਂ ਆ ਜਾਣਗੀਆਂ ਤੇਰੇ ਕੋਲ ਭਾਈ। ਰਹਾਓ ਇਹ ਹੈਗਾ, ਕਿਉਂ ਬਿਸਰੇ ਇਹ ਲਾਲ ਪਿਆਰੋ, ਸਰਵ ਗੁਣਾ ਸੁਖਦਾਇਓ, ਮੰਦਰ ਚੜ੍ਹ ਕੇ ਪੰਥ ਨਿਹਾਰੋ, ਨੈਣ ਨੀਰ ਭਰਿਆਇਓ। ਕਹਿੰਦੇ ਚੜ੍ਹ ਤਾਂ ਸਹੀ ਨਾ ਮੰਦਰ ਦੇ ਉੱਤੇ, ਤੂੰ ਤਾਂ ਥੱਲੇ ਜਿਹੜਾ ਹੈਗਾ ਇਹ ਜਿਹੜੀ ਪ੍ਰਾਣ ਸ਼ਕਤੀ ਜਿਹੜੀ ਹੈਗੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ 9 ਦਰਵਾਜ਼ਿਆਂ ਦੇ ਵਿੱਚ ਜਾਇਆ ਕਰੀ ਜਾ ਰਿਹਾ। ਤੂੰ ਕਦੀ ਉੱਪਰ ਤੇ ਚੜ੍ਹ ਕੇ ਦੇਖਣਾ ਪਿਆਰਿਆ, ਇਹ ਮੰਦਰ ਦੀ ਉੱਪਰਲੀ ਮੰਜ਼ਿਲ ਨੂੰ ਵੀ ਤਾਂ ਦੇਖ ਲਾ ਨਾ, ਉੱਪਰ ਵੀ ਸੁਰਤ ਲੈ ਕੇ ਜਾਣਾ ਆਪਣੀ। ਮੰਦਰ ਚੜ੍ਹ ਕੇ ਪੰਥ ਤਾਂ ਨਿਹਾਰਨਾ, ਮੰਦਰ ਚੜ੍ਹ ਕੇ ਪੰਥ ਨਿਹਾਰੋ, ਨੈਣ ਨੀਰ ਭਰਿਆਇਓ। ਕਦੀ ਤੇਰੇ ਅੰਦਰ ਹੈ, ਕਦੀ ਤੇਰੇ ਅੰਦਰ ਉਹ ਮਾਲਕ ਨੂੰ ਮਿਲਣ ਦੇ ਵਾਸਤੇ ਤੇਰੇ ਅੰਦਰ ਜਿਹੜੀ ਤੜਪ ਪੈਦਾ ਹੋਈ ਹੈ। ਹਾਂ ਭੀਤ ਭਇਓ ਹੈ ਵਿੱਚੋਂ, ਸੁਨਤ ਦੇਸ ਨਿਕਟਾਇਓ। ਕਹਿੰਦੇ ਹਉਮੈ ਦੀ ਪੀਤ ਹੈ ਤੇਰੀ ਆਪਣੀ ਐਗਜ਼ਿਸਟੈਂਸ, ਮੈਂ ਮੇਰੀ, ਆਹੀ ਜਿਹੜੀ ਹੈ ਭੀਤ ਕਹਿੰਦੇ ਆ, ਕੰਧ ਹੈਗੀ। ਉਹ ਮਾਲਕ ਤਾਂ ਬਿਲਕੁਲ ਨੇੜੇ ਆ, ਮਾਲਕ ਤਾਂ ਤੇਰੇ ਅੰਦਰ ਹੀ ਹੈਗਾ। ਸੁਨਤ ਦੇਸ ਨਿਕਟਾਇਓ, ਉਹਦਾ ਦੇਸ ਤਾਂ ਬਿਲਕੁਲ ਨਿਕਟਿਆ। ਭਾਂਬੀਰੀ ਕੇ ਪਾਤ ਭਰ ਦੋ, ਬਿਨ ਭੇਖੇ ਦੁਰਾਇਓ। ਕਹਿੰਦੇ ਇਹ ਤਾਂ ਭੰਬੀਰੀ ਜਿਹੜੀ ਹੈਗੀ ਉਹ ਭਮੱਕੜ ਜਿਹੜਾ ਹੁੰਦਾ ਹੈ, ਜਿਹੜਾ ਉਹਦੇ ਕਹਿੰਦੇ ਕਿੰਨਾ ਪਤਲਾ ਪੜਦਾ ਆ, ਕਹਿੰਦਾ ਇੰਨਾ ਪਤਲਾ ਪੜਦਾ ਹੈ ਬਈ, ਫਿਰ ਵੀ ਦਿਖਦਾ ਨਹੀਂ ਹੈ। ਬਿਨ ਭੇਖੇ ਦੁਰਾਇਓ, ਬਗੈਰ ਦੇਖੇ ਦੂਰੀ ਲੱਗਦੀ ਹੈ। ਭਇਓ ਕਿਰਪਾਲ ਸਰਬ ਕੋ ਠਾਕੁਰ, ਸਗਰੋ ਦੁੱਖ ਮਿਟਾਇਓ। ਉਹ ਮਾਲਕ ਸਾਰਿਆਂ ਦਾ ਠਾਕੁਰ ਜਿਹੜਾ ਕਿਰਪਾਲ ਹੋ ਗਿਆ ਔਰ ਸਾਰੇ ਦੁੱਖ ਮਿਟਾ ਦਿੱਤੇ।
ਕਹੋ ਨਾਨਕ ਹਉਮੈ ਭੀਤ ਗੁਰੇ ਖੋਈ। ਆ ਗੁਰੂ ਨੇ ਨੁਕਤਾ ਦੱਸ ਦਿੱਤਾ, ਕਬੀਰ ਜੀ ਵੀ ਦੱਸ ਰਹੇ ਸੀ ਆਪਾਂ ਨੂੰ, ਇਸ ਤਰ੍ਹਾਂ ਬੈਠ, ਆਹੀ ਨੁਕਤਾ ਹੈਗਾ। ਤੇ ਤਉ ਦਿਆਰ ਬੀਠਲੋ ਪਾਇਓ, ਉਹ ਦਿਆਲ ਉਹ ਮਾਲਕ ਬੀਠਲ, ਉਹ ਪਰਮਾਤਮਾ ਪਾ ਲਿਆ। ਸਭ ਰਹਿਓ ਅੰਦੇਸਰੋ ਮਾਇਓ, ਹੁਣ ਸਾਰੇ ਅੰਦੇਸਰੇ ਖਤਮ ਹੋ ਗਏ। ਜੋ ਚਾਹਤ ਸੋ ਗੁਰੂ ਮਿਲਾਇਓ, ਜੋ ਚਾਹੁੰਦਾ ਸੀਗਾ ਉਹ ਗੁਰੂ ਨੇ ਮਿਲਾ ਦਿੱਤਾ। ਸਰਵ ਗੁਣਾ ਨਿਧਰਾਇਓ, ਸਾਰੇ ਗੁਣਾਂ ਦਾ ਮਾਲਕ ਖਜ਼ਾਨਾ ਉਹ ਮਾਲਕ ਪਰਮਾਤਮਾ ਅੰਦਰ ਪ੍ਰਗਟ ਹੋ ਗਿਆ। ਰਹਾਓ ਦੂਜਾ, ਆਪਾਂ ਸੀਗੇ ਇੱਥੇ ਜੋ ਸੋ ਬ੍ਰਹਮੰਡ ਪਿੰਡ ਸੋ ਜਾਨ, मान सरोवर कर स्नान। आया मान सरोवर पाए, आया स्नान। सो हंग सो जाको है जाप। ਕਹਿੰਦੇ ਜਿਹਦਾ ਧਿਆਨ ਸਿਮਰਨ ਕਰ ਰਿਹਾ ਹੈ, ਤੂੰ ਉਹੀ ਹੈਗਾ ਆ, ਤੂੰ ਭੁੱਲਿਆ ਬੈਠਾ ਆ। ਸੋ ਹੰਗ, ਜੋ ਉਹ ਹੈਗਾ ਉਹੀ ਮੈਂ ਹੈਗਾ। ਸੋ ਹੰਗ ਸੋ ਜਾਕੋ ਹੈ ਜਾਪ, ਜਾਕੋ ਲਿਪਤ ਨਾ ਹੋਏ ਪੁੰਨ ਔਰ ਪਾਪ। ਕਹਿੰਦੇ ਤੂੰ ਉਹ ਹੈਗਾ ਜਿਹਨੂੰ ਪਾਪ ਔਰ ਪੁੰਨ ਲਿਪਤ ਨਹੀਂ ਹੋਣੇ। ਤੂੰ ਸ਼ੇਰ ਹੈਗਾ, ਸ਼ੇਰ। ਕਿੱਥੇ ਤੂੰ ਜਿਹੜਾ ਹੈਗਾ ਇਹਨਾਂ ਦੇ ਵਿੱਚ ਜਿਹੜਾ ਹੈਗਾ ਭੇਡਾਂ ਦੇ ਵਿੱਚ ਰਲਿਆ ਪਿਆ ਹੈ ਪਿਆਰਿਆ। ਸੋ ਹੰਗ ਸੋ ਜਾਕੋ ਹੈ ਜਾਪ, ਜਾਕੋ ਲਿਪਤ ਨਾ ਹੋਏ ਪੁੰਨ ਔਰ ਪਾਪ। ਅਵਰਨ ਬਰਨ ਕਾਮ ਨਹੀਂ ਛਾਮ। ਅਵਰਨ ਬਰਨ, ਆ ਚੰਗਾ ਆ, ਆ ਮੰਦਾ ਆ, ਆ ਉੱਚੇ ਕੁਲ ਵਾਲਾ ਹੈ, ਆ ਨੀਵੇਂ ਕੁਲ ਵਾਲਾ ਹੈ। ਕਹਿੰਦੇ ਉੱਤੇ ਇਸ ਤਰ੍ਹਾਂ ਦਾ ਕੁਛ ਨਹੀਂ ਹੈਗਾ ਭਾਈ। ਨਾ ਕੋਈ ਕਾਮ ਆ ਤੇ ਨਾ ਕੋਈ ਛਾਮ ਆ। ਮਾਇਆ ਦੀ ਛਾਂ, ਮਾਇਆ ਨਹੀਂ ਹੈਗੀ ਉੱਥੇ। ਅਵਰਨ ਵਰਨ ਕਾਮ ਨਹੀਂ ਛਾਮ, ਅਵਰ ਨਾ ਪਾਈਏ ਗੁਰ ਕੀ ਸਾਮ। ਇਸ ਸਥਾਨ ਤੇ ਜੇ ਪਹੁੰਚਣਾ ਹੈ ਪਿਆਰਿਆ, ਤੇ ਗੁਰੂ ਤੋਂ ਬਗੈਰ, ਗੁਰੂ ਦੀ ਸ਼ਾਮ ਕਹਿੰਦੇ ਸ਼ਰਨ, ਇਹ ਗਿਆਨ ਤੋਂ ਬਗੈਰ ਨਹੀਂ ਪਹੁੰਚ ਸਕਦਾ। ਅਵਰ ਨਾ ਪਾਈਏ ਗੁਰ ਕੀ ਸਾਮ, ਢਾਰੀ ਨਾ ਟਰੈ ਆਵੇ ਨਾ ਜਾਏ। ਇੱਕ ਵਾਰੀ ਉੱਥੇ ਪਹੁੰਚ ਗਿਆ, ਸੁਖੀ ਜੀ ਸੁਣ ਲਓ, ਟਾਰੀ ਨਾ ਟਰੇ, ਉਹਨੂੰ ਨਹੀਂ ਟਾਲ ਸਕਦੇ। ਹੁਣ ਨਹੀਂ ਆਉਂਦਾ ਜਾਂਦਾ ਭਾਈ। ਇੱਕ ਵਾਰੀ ਵਿਚਾਰ ਮੰਡਲ ਕ੍ਰਾਸ ਕਰ ਗਿਆ ਤੇ ਬੈਕ ਆਊਟ ਇੰਪੋਸੀਬਲ। ਟਾਰੀ ਨਾ ਟਰੇ ਆਵੇ ਨਾ ਜਾਏ, ਸੁਨ ਸਹਿਜ ਮੇ ਰਹਿਓ ਸਮਾਏ। ਆ ਲਿਖ ਲਓ, ਸੁਨ ਲਿਖਿਆ ਹੋਇਆ, ਸਹਿਜ ਲਿਖਿਆ ਹੋਇਆ, ਵਿਚਾਰ ਸ਼ੂਨਯ, ਉੱਥੇ ਸਮਾ ਜਾਂਦਾ ਇਨਸਾਨ। ਦੁਨੀਆ ਦੇ ਵਿੱਚ ਰਹਿੰਦਾ ਹੈ, ਘਰ-ਬਾਰ ਪਰਿਵਾਰ ਦੇ ਨਾਲ ਸਾਰਾ ਕੁਝ ਕਰਦਾ ਹੈ, ਪਰ ਜੋ ਕੁਝ ਵੀ ਕਰਦਾ ਹੈ ਉਹਦੇ ਵਿੱਚ ਕੋਈ ਦਾਗ ਨਹੀਂ ਹੈ, ਕੋਈ ਲੇਖਾ ਨਹੀਂ ਹੈ। ਉਹਦੇ ਕਰਮ, ਕੋਈ ਕਰਮ ਨਹੀਂ ਬਣ ਸਕਦਾ। ਦੇਖ ਲਓ ਗੁਰੂ ਗੋਬਿੰਦ ਸਿੰਘ, ਦੇਖ ਲਓ ਜਿਹੜੇ ਹੈਗੇ ਉਹ ਯੁੱਧ ਵੀ ਕਰਦੇ ਆ, ਜਿਹੜਾ ਦੁਸ਼ਮਣ ਦਾ ਸਿਰ ਵੀ ਵੱਢ ਦਿੰਦੇ ਆ, ਪਰ ਕੋਈ ਦਾਗ ਨਹੀਂ ਹੈ, ਕੋਈ ਕਰਮ ਨਹੀਂ ਹੈ, ਕੋਈ ਲੇਖਾ ਨਹੀਂ ਹੈ। ਅਵਰਨ ਵਰਨ ਕਾਮ ਨਹੀਂ ਛਾਮ, ਅਵਰ ਨਾ ਪਾਈਏ ਗੁਰ ਕੀ ਸਾਮ। ਟਾਰੀ ਨਾ ਟਰੈ ਆਵੇ ਨਾ ਜਾਏ, ਸੁਨ ਸਹਿਜ ਮੇ ਰਹਿਓ ਸਮਾਏ। ਮਨ ਵਧੇ ਜਾਣੇ ਜੇ ਕੋਏ, ਹੈ ਭਾਈ ਮਨ ਦੇ ਵਿੱਚ ਯਾਤਰਾ, ਮਨ ਦੇ ਵਿੱਚੋਂ ਆਉਣੀ ਹੈ। ਇਹ ਪਤੰਦਰ ਮਨ ਨੂੰ ਜਿਹੜਾ ਹੈਗਾ, ਇਸੇ ਨੂੰ ਜਿਹੜਾ ਹੈਗਾ ਇਹਨੇ ਹੀ ਕਰਨੀ ਹੈ ਭਾਈ। ਇਹਦੇ ਵਿੱਚੇ ਵੜਨਾ ਹੈਗਾ, ਸੁਰਤ ਇਹਦੇ ਵਿੱਚੇ ਲੀਨ ਹੋਣੀ ਆ। ਕਿਉਂਕਿ ਇਹ ਜੇ ਬਾਹਰ ਆਪਾਂ ਜਾਵਾਂਗੇ ਤੇ ਬਸ ਫਿਰ ਤਾਂ ਮਨ ਜਿਹੜਾ ਹੈਗਾ ਬਾਹਰ ਭਟਕਣ ਲੱਗ ਜਾਏਗਾ। ਮਨ ਮਧੇ ਜਾਣੇ ਜੇ ਕੋਏ, ਜੋ ਬੋਲੇ ਸੋ ਆਪੇ ਹੋਏ। ਬਸ ਕਹਿੰਦੇ ਜਿਹੜਾ ਬੋਲ ਰਿਹਾ ਪਤੰਦਰ, ਇਹ ਆਪ ਉਹੀ ਬਣ ਜਾਏਗਾ ਭਾਈ। ਇਹ ਖੇਡ ਐਸੀ ਹੈ, ਇਹਦੇ ਵਿੱਚ ਜਿਹੜਾ ਹੈਗਾ ਪਰਮਾਤਮਾ ਹੀ ਨਿਕਲਦਾ ਹੈ ਭਾਈ। ਜਿਹੜਾ ਵੀ ਅਭਿਆਸੀ ਇਹਦੇ ਅੰਦਰ ਆਪਣੇ ਵੜਦਾ ਹੈ, ਜਿਹੜਾ ਇਹ ਵਿਚਾਰ ਮੰਡਲ ਕ੍ਰਾਸ ਕਰਦਾ ਹੈ, ਉਹ ਪਰਮਾਤਮਾ ਹੀ ਹੋ ਜਾਂਦਾ ਹੈ। ਜੋ ਬੋਲੇ ਸੋ ਆਪੇ ਹੋਏ। ਦੇਖੋ ਕਿੰਨਾ ਜਿਹੜਾ ਹੈਗਾ ਮਹਾਰਾਜ ਕਿੰਨਾ ਗਿਆਨ ਦੇ ਰਿਹਾ ਹੈ। ਮਨ ਮਧੇ ਜਾਣੇ ਜੇ ਕੋਏ, ਜੋ ਬੋਲੇ ਸੋ ਆਪੇ ਹੋਏ। ਜੋਤ ਮੰਤਰ ਮਨੇ ਅਸਥਿਰ ਕਰੇ। ਆਹੀ ਮੰਤਰ ਹੈਗਾ, ਇਹ ਜੋਤ ਹੈ ਪਰਮਾਤਮਾ ਦੀ। ਇਹਦੇ ਵਿੱਚ ਜਿਹੜਾ ਹੈਗਾ ਆਪਣਾ ਮਨ ਅਸਥਿਰ ਕਰਨਾ ਹੈ। ਅਸਥਿਰ ਦਾ ਮਤਲਬ ਸਥਿਰ। ਬਾਣੀ ਦਾ ਵੈਸੇ ਜਿਹੜਾ ਹਿੰਦੀ ਦੇ ਵਿੱਚ ਅਸਥਿਰ ਕਹਿੰਦੇ ਆ ਬਈ ਜਿਹੜਾ ਸਟੇਸ਼ਨਰੀ ਨਹੀਂ ਹੈ, ਪਰ ਬਾਣੀ ਦੇ ਵਿੱਚ ਇਹ ਗੁਰੂ ਗ੍ਰੰਥ ਸਾਹਿਬ ਦਾ ਆਪਣੀ ਡਿਕਸ਼ਨਰੀ ਹੈਗੀ, ਇਹਨੂੰ ਅਸਥਿਰ ਦਾ ਮਤਲਬ ਹੈ ਸਥਿਰ। ਜੋਤ ਮੰਤਰ ਮਨ ਅਸਥਿਰ ਕਰੇ, ਮਨੇ ਅਸਥਿਰ ਕਰੇ। ਆਪਣੇ ਮਨ ਦੇ ਵਿੱਚ ਅਸਥਿਰ ਕਰ ਲੈ, ਵਿਚਾਰਾਂ ਨੂੰ ਹਟਾ ਦੇ। ਕਹਿ ਕਬੀਰ ਸੋ ਪ੍ਰਾਣੀ ਤਰੈ, ਉਹ ਇਨਸਾਨ ਸੰਸਾਰ ਸਮੁੰਦਰ ਤਰ ਜਾਂਦਾ ਆ।
ਆ ਜੀ ਆਪਣੇ ਕਬੀਰ ਜੀ ਦਾ ਸੀਗਾ ਪੂਰਾ ਦਾ ਪੂਰਾ ਦੇਖ ਲਓ, ਪੂਰਾ ਦਾ ਪੂਰਾ ਧਿਆਨ ਸਿਮਰਨ ਪ੍ਰੈਕਟੀਕਲ ਜਿਹੜਾ ਹੈਗਾ, ਡਿਫਿਕਲਟੀਆਂ ਸਾਰੀਆਂ ਦੀਆਂ ਸਾਰੀਆਂ ਦੋਨੋਂ ਰਸਤੇ ਦੇ ਬਾਰੇ ਇਹਦੇ ਵਿੱਚ ਜਾਣਕਾਰੀ ਦਿੱਤੀ ਹੈ। ਤੇ ਦੇਖੋ ਜੇ ਕਿਸੇ ਨੇ ਕੁਛ ਹੈ, ਸੁਖਵਿੰਦਰ ਜੀ ਦੇਖ ਲਓ ਜੇ ਕੋਈ ਉਹ ਬੀਬੀ ਜਿਹੜੇ ਬੋਲ ਰਹੇ ਸੀਗੇ। ਮੈਂ ਥੋੜਾ ਜਿਹਾ ਬਰੀਫ ਕਰ ਰਿਹਾ ਕਿਉਂਕਿ ਮੈਨੂੰ ਕੁਝ ਗੱਲਾਂ ਰਸਤੇ ਦੇ ਵਿੱਚ ਕੱਟ ਜਾਂਦੀ ਸੀ ਕਾਲ। ਚਲੋ ਜਿੰਨੇ ਚੱਲਦਾ ਇਹਦੇ ਚ ਗਿਆਨ ਜਿਹੜਾ ਚੱਲ ਰਿਹਾ ਨਾ ਵੀਰ ਜੀ, ਉਹ ਚੱਲ ਰਿਹਾ ਅੰਤਰ ਸੁਣਨ ਬਾਹਰ ਸੁਣਨ ਪਵਨ ਸੁਣਨ। ਬਿਲਕੁਲ ਉਹ ਸਾਰੀ ਸੁਣਨ ਦੀ ਯਾਤਰਾ ਦਾ ਕਬੀਰ ਸਾਹਿਬ ਗਿਆਨ ਕਰਵਾ ਰਹੇ ਨੇ ਕਿ ਵੀ ਉਹ ਜਿਹੜਾ ਪ੍ਰਮਾਤਮਾ ਉਹ ਬਿਲਕੁਲ ਸੁਣਨ ਅਵਸਥਾ ਦੇ ਅੰਦਰ ਤੇਰੇ ਅੰਦਰ ਹੀ ਹੈ। ਉਹ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੇਂ ਇਸਕਾ ਵਿਸਰਾਮ। ਉਹ ਤੁਹਾਡੇ ਅੰਦਰ ਹੀ ਵਿਸਰਾਮ ਅਵਸਥਾ 'ਚ ਬੈਠਾ, ਉਹਨੂੰ ਜਗਾਉਣਾ ਕਿੱਦਾਂ, ਉਹਦੇ ਵੱਲ ਨੂੰ ਮੁੜਨਾ ਕਿੱਦਾਂ ਹੈ। ਅਸੀਂ ਉਹ ਅੰਦਰ ਤਾਂ ਵਿਰਾਜਮਾਨ ਹੈ, ਅਸੀਂ ਸੀਟ ਨਹੀਂ ਵਿਹਲੀ ਕੀਤੀ ਉਹਦੇ ਵਾਸਤੇ। ਆਪਣੀ ਸੀਟ ਮੱਲ ਕੇ ਬੈਠੇ ਅਸੀਂ ਹਉਮੈ ਦੀ ਕਿ ਮੈਂ ਕਰ ਰਿਹਾ ਸਾਰਾ ਕੁਝ। ਉਹ ਮੈਂ ਨੂੰ ਹਟਾਉਣ ਦੇ ਵਾਸਤੇ ਮੈਂ ਜਿਹੜੀ ਜਾ ਰਹੀ ਹੈ ਉਹ 9 ਦਰਵਾਜ਼ਿਆਂ ਰਾਹੀਂ ਜਾ ਰਹੀ ਹੈ। ਕਦੇ ਕਿਸੇ ਰੂਪ ਜੋ 5 ਜਿਹੜੇ ਨੇ ਉਹ ਤੁਹਾਨੂੰ ਪਤਾ 5 25 ਉਹ ਸਾਰੀ ਖੇਡ ਹੈਗੀ ਹੈ, ਉਹ ਜਾਈ ਜਾ ਰਹੀ ਹੈ। ਉਹ ਜਿੱਦਾਂ ਹੀ ਅਸੀਂ ਇਹਨੂੰ 9 ਦਰਵਾਜ਼ਿਆਂ ਨੂੰ ਬੰਦ ਕਰਨ ਦੀ ਲਈ ਅਸੀਂ ਉਹਦੇ ਲਈ ਕਰਨਾ ਕੀ ਪੈਣਾ, ਸਿਰਫ ਤੈਨੂੰ ਬੈਠਣਾ ਪੈਣਾ ਹੈ, ਪ੍ਰਮਾਤਮਾ ਦੇ ਧਿਆਨ ਦੇ ਵਿੱਚ ਬੈਠਣਾ ਪੈਣਾ, ਉਹਨੂੰ ਯਾਦ ਕਰਨਾ ਪੈਣਾ ਜੋ ਵਿਸਰਿਆ ਹੋਇਆ ਸਾਡੀ ਯਾਦ ਦੇ ਵਿੱਚੋਂ। ਉਹ ਬੈਠਣ ਦਾ ਤਰੀਕਾ ਕੀ ਹੈ, ਮਾਲਕ ਸਾਰਾ ਦੱਸ ਰਹੇ ਨੇ ਕਿ ਵੀ ਤੂੰ ਸੁੰਨ ਮੰਡਲ ਦੇ ਅੰਦਰ ਜਾਣ ਵਾਸਤੇ ਤੂੰ ਆਪਣੇ ਵਿਚਾਰਾਂ ਤੋਂ ਅੱਗੇ ਲੰਘਣਾ, ਬਸ ਇਹੀ ਖੇਡ ਹੈ। ਉਹ ਵਿਚਾਰ ਹੀ ਭਵ ਸਾਗਰ ਹੈ, ਉਹੀ ਸਾਰਾ ਹੈ। ਉਹਦੇ ਵਿੱਚ ਹੀ ਨਾਲ ਹੀ ਦੱਸ ਰਹੇ ਨੇ ਕਿ ਜਿੱਥੇ ਤੂੰ ਵਿਚਾਰਾਂ 'ਚ ਰਹੇਗਾ ਉੱਥੇ ਤੇਰੀ ਹਉਮੈ ਨੇ ਪਿੱਛਾ ਨਹੀਂ ਛੱਡਣਾ, ਕਿਸੇ ਵੀ ਰੂਪ ਦੇ ਵਿੱਚ ਆਵੇ ਉਹ। ਤੁਹਾਡੀ ਆਵਾਜ਼ ਬੰਦ ਹੋ ਗਈ। ਬਾਬਾ ਜੀ ਜਿਹੜੇ 9 ਦਰਵਾਜ਼ੇ ਉਹ ਵੀ ਥੋੜਾ ਐਕਸਪਲੇਨ ਕਰ ਦਿਓ ਪਲੀਜ਼। ਤੈਨੂੰ ਘੁਮਾ ਲੈਣਾ, ਤੈਨੂੰ ਕਦੇ ਤੂੰ ਤੇਰਾ ਮੇਰਾ, ਕਦੇ ਤੂੰ ਮਤਲਬ ਆਪਣੀ ਹਉਮੈ ਮੇਰਾ, ਉਹ 'ਚ ਘੁਮਾਉਣਾ। ਦੂਜੇ ਪਾਸੇ ਜੇ ਤੂੰ ਉਸ ਪ੍ਰਮਾਤਮਾ ਦੇ ਸੁੰਨ ਮੰਡਲ ਤੂੰ ਦੇ ਵਿੱਚ ਪਹੁੰਚ ਗਿਆ, ਮਤਲਬ ਵਿਚਾਰ ਮੰਡਲ ਕ੍ਰਾਸ ਕਰਕੇ ਤੂੰ ਸੁੰਨ ਦੇ ਵਿੱਚ ਬੈਠ ਗਿਆ, ਤੂੰ ਉਹਦਾ ਹੀ ਰੂਪ ਹੋ ਜਾਏਗਾ। ਹੈਲੋ, ਬਿਲਕੁਲ ਠੀਕ ਹੈ ਜੀ। ਆਵਾਜ਼ ਆ ਰਹੀ ਹੈ ਜੀ? ਹਾਂਜੀ ਹਾਂਜੀ ਆ ਰਹੀ ਹੈ। ਹਾਂ, ਤੇ ਤੂੰ ਉਹਦਾ ਹੀ ਰੂਪ ਹੋ ਜਾ। ਦੇਖੋ ਕਿੰਨਾ ਕਮਾਲ ਦਾ ਗਿਆਨ ਹੈ। ਮੇਰੀ ਰੋਕ ਲਈ ਹੈ ਜੀ, ਕੋਈ ਨਹੀਂ ਕੋਈ ਨਹੀਂ। ਸਾਰੀ ਖੇਡ ਇਹ ਮਾਲਕ ਨੇ ਸਿਰਫ ਉਹ ਧਿਆਨ ਸਿਮਰਨ ਦੇ ਵਾਸਤੇ ਕਬੀਰ ਸਾਹਿਬ ਦੇ ਥਰੂ ਸਾਰਾ ਇਹ ਗਿਆਨ ਮਾਲਕ ਆਪ ਹੀ ਕਰਵਾ ਰਿਹਾ, ਸਾਰਾ ਉਹਦੀ ਸਾਰੀ ਖੇਡ ਹੈ। ਤੇ ਉਹ ਸਾਰਾ ਸਾਡੇ ਸਰੀਰ ਦੇ ਸਾਰਾ ਤੇਰੇ ਤੋਂ ਹੀ ਹੋਣਾ, ਮਤਲਬ ਸ਼ੁਰੂਆਤ ਤੈਨੂੰ ਕਰਨੀ ਹੈ। ਉਹ ਕਹਿੰਦੇ ਤੂੰ ਦੇਖੋ ਉਹ ਫਰਕ ਕੀ ਹੈ। ਉਹ ਕਹਿੰਦੇ ਜੀ ਹਉਮੈ ਦੇ ਵਾਸਤੇ ਤਰੀਕਾ ਕੀ ਹੈ ਮਹਾਰਾਜ ਜੀ? ਉਹ ਕਹਿੰਦੇ ਜੀ ਤਰੀਕਾ ਇਹ ਹੈ ਕਿ ਵੀ ਤੂੰ ਆਪਣੀ ਹਉਮੈ ਜਾਂ ਜਿਹਨੂੰ ਕਹਿੰਦੇ ਆਪਾਂ ਕਿ ਵੀ ਉਹ ਤੂੰ ਸੰਕਲਪ ਇੱਕ ਵਾਰ ਕਰ ਲੈ, ਇੱਕ ਵਾਰ ਕਿ ਵੀ ਮੈਂ ਇਸ ਰਸਤੇ ਤੇ ਤੁਰਨਾ, ਬਸ। ਉਸ ਤੋਂ ਬਾਅਦ ਤੂੰ ਕਰਦੇ ਸਰੈਂਡਰ ਕਿ ਵੀ ਮੈਂ ਤਾਂ ਹੈ ਹੀ ਨਹੀਂ। ਜਿੱਥੇ ਮੈਂ ਨਹੀਂ ਹੈ ਤੇ ਉੱਥੇ ਤੂੰ ਹੀ ਹੈ। ਤੂੰ ਕਰਤਾ ਤੂੰ ਭਇਆ ਮੁਝ में रहा न हूँ, जब आपा फरका मिट गया जब देखो तब देखा जब देखो तब तू। ਬਿਲਕੁਲ ਜਦ ਦੇਖੋ ਤਦ ਤੂੰ। ਹਾਂ, ਬਸ ਉਹ ਗੁਰਬਾਣੀ ਇਹ ਮਤਲਬ ਉਹ ਆਪ ਦੱਸ ਰਹੇ ਨੇ ਵੀ ਉਹ ਸਾਰੀ ਖੇਡ ਤੋਂ ਹੀ ਮੋਹੀ ਤੋਂ ਹੀ ਅੰਤਰ ਕੈਸਾ, ਅੰਤਰ ਥੋੜੀ ਰਹਿ ਗਿਆ। ਹਾਂ, ਤੇ ਉਹ ਫਿਰ ਦੇਖੋ ਉਸ ਨੂੰ ਮਾਲਕ ਉਹ ਫਿਰ ਤੁਸੀਂ ਉਹ ਸੰਸਾਰ ਸਮੁੰਦਰ ਚੋਂ ਪਾਰੋ, ਫਿਰ ਉਹ ਜਮਾਂ ਦੇ ਬਸ ਨਹੀਂ ਆਓਗੇ ਤੁਸੀਂ। ਬਿਲਕੁਲ ਫਿਰ ਉਹ ਤੁਸੀਂ ਫਿਰ ਉਹ ਭੇਦ ਉਹਦਾ ਹੀ ਰੂਪ ਹੋ ਗਏ। ਬਿਲਕੁਲ ਮੈਂ ਜ਼ਿਆਦਾ ਭੈਣ ਜੀ ਨੂੰ ਦੇ ਦੋ ਕੁਝ ਕਹਿਣਾ ਚਾਹੁੰਦਾ। ਨਹੀਂ ਇਹ ਨਾ ਇੱਕ ਸੁਖੀ ਜੀ ਜਿਹੜੇ ਹੈਗੇ 9 ਦਰਵਾਜ਼ਿਆਂ ਦੇ ਬਾਰੇ ਪੁੱਛ ਰਹੇ ਸੀ। 9 ਦਰਵਾਜ਼ੇ ਕਿਹੜੇ ਆ? 9 ਦਰਵਾਜ਼ੇ ਤਾਂ ਬਿਲਕੁਲ ਪ੍ਰਗਟ ਹੀ ਹੈਗੇ ਜੀ। ਦੇਖੋ 2 ਅੱਖਾਂ ਹੈਗੀਆਂ, 2 ਕੰਨ ਹੈਗੇ, 4 ਹੋ ਗਏ, 2 ਨਾਸਕਾ, 6 ਹੋ ਗਏ, 1 ਮੂੰਹ ਹੋ ਗਿਆ, 7 ਹੋ ਗਏ, 2 ਜਿਹੜੀ ਹੈ ਜਨਨ ਇੰਦਰੀ ਹੋ ਗਈ, ਗੁਦਾ ਹੋ ਗਈ। ਇਹ 9 ਦਰਵਾਜ਼ੇ ਹੋ ਗਏ। 10ਵਾਂ ਜਿਹੜਾ ਹੈਗਾ ਜਿੱਥੇ ਦਾਰਿਆ, ਜਿੱਥੇ ਆਪਾਂ ਨੇ ਬੈਠਣਾ ਹੈ, ਜਿੱਥੇ ਸੁਰਤ ਲੈ ਕੇ ਜਾਣੀ ਹੈ, ਉਹ ਗੁਪਤ ਹੈਗਾ, ਉਹ ਬੰਦ ਹੈਗਾ। ਔਰ ਉਹ ਜਿਹੜਾ ਹੈਗਾ ਤਦ ਖੁੱਲ੍ਹੇਗਾ ਜਦ ਆਪਾਂ ਜਿਹੜੇ ਹੈਗੇ ਆ ਵਿਚਾਰ ਮੰਡਲ ਵਿਚਾਰ ਸ਼ੂਨਿਆ ਹੋਵਾਂਗੇ, ਉੱਥੇ ਬੈਠਾਂਗੇ ਤਾਂ ਉਹ ਖੁੱਲ੍ਹਿਆ ਤੇ ਵਿਚਾਰ ਮੰਡਲ ਪਾਰ ਹੋ ਜਾਏਗਾ। ਬਸ ਆਹੀ ਯਾਤਰਾ ਹੈਗੀ। ਹਾਂਜੀ ਬਿਲਕੁਲ ਜੀ। ਹਾਂ, ਜੇ ਕਿਸੇ ਨੇ ਹੋਰ ਭੈਣ ਜੀ ਨੂੰ ਪੁੱਛ ਲਓ, ਬਲਵਿੰਦਰ ਕੌਰ ਜੀ ਜਿਹੜੇ ਕੁਝ ਕਹਿਣਾ ਚਾਹੁੰਦੇ। ਹਾਂਜੀ ਵੀਰ ਜੀ, ਆਪਣੇ ਜਿਵੇਂ ਕਹਿੰਦੇ ਨੇ ਗੁਰਬਾਣੀ ਚ ਜੋ ਬ੍ਰਹਮੰਡੇ ਸੋਈ ਪਿੰਡੇ, ਹਨਾ, ਜੋ ਖੋਜੇ ਸੋ ਪਾਵੇ। ਦੇ ਵਿੱਚ ਬੈਠੇ ਆਪਾਂ ਨੂੰ ਸਿਰਫ ਛੋਟਾ ਜਿਹਾ ਇੱਕ ਜਿਵੇਂ ਪਿਆਜ਼ ਦੇ ਵਿੱਚ ਛੋਟਾ ਬਰੀਕ ਹੁੰਦਾ ਨਾ ਛਿਲਕਾ,
ਛਿਲਕਾ ਉਹਦੇ ਵਿੱਚ ਵੀ ਇੱਕ ਬਰੀਕ ਉਹ ਹੁੰਦਾ ਤੇ ਉਹ ਆਪਾਂ ਸਿਰਫ ਉਹੀ ਆ ਆਪਣੇ ਵਿੱਚ ਉਹੀ ਚੀਜ਼ ਆ ਤੇ ਆਪਾਂ ਨੂੰ ਝਿੱਲੀ ਕਹਿ ਦਿੰਦੇ ਜੀ ਉਹਨੂੰ। ਇਹ ਆਪਾਂ ਨੂੰ ਜਿੰਨੇ ਚਿਰ ਆਪਾਂ ਬੈਠਦੇ ਨਹੀਂਗੇ ਆਪਣੇ ਆਪ ਨੂੰ ਸਮਾਂ ਨਹੀਂ ਦਿੰਦੇ ਉਹਨਾਂ ਚਿਰ ਆਪਾਂ ਨੂੰ ਨਹੀਂ ਪਤਾ ਲੱਗਣਾ ਹੈਗਾ। ਚਾਹੇ ਜੋ ਮਰਜੀ ਜਿੰਨਾ ਮਰਜੀ ਰਟਣ ਲਾਈ ਚਲੋ, ਜਿੰਨੇ ਮਰਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਪੜ੍ਹੀ ਚਲੋ, ਜੋ ਮਰਜੀ ਕਰੀ ਚਲੋ, ਜਿੰਨਾ ਚਿਰ ਆਪਣੇ ਆਪ ਨੂੰ ਪ੍ਰੈਕਟੀਕਲ ਨਹੀਂ ਮਹਾਰਾਜ ਕਹਿੰਦੇ ਤੁਸੀਂ ਨਹੀਂ ਦਿੰਦੇ ਹੈਗੇ ਉਹਨਾਂ ਚਿਰ ਨਹੀਂ ਪਹੁੰਚ ਸਕਦੇ। ਬਿਲਕੁਲ ਸਾਰੀ ਬਾਣੀ ਜਿਹੜੀ ਹੈਗੀ ਆ ਇਹ ਬਾਣੀ ਸਾਰੀ ਦੀ ਸਾਰੀ ਇਸੇ ਪ੍ਰੈਕਟੀਕਲ ਵਾਸਤੇ ਹਰੇਕ ਸ਼ਬਦ ਜਿਹੜਾ ਹੈਗਾ ਆਪਾਂ ਨੂੰ ਇਹ ਤਰਲੇ ਕਰ ਰਿਹਾ ਹੈ। ਹਰੇਕ ਸ਼ਬਦ ਕਹਿੰਦਾ ਵੀ ਬੈਠ ਪ੍ਰੈਕਟੀਕਲ ਕਰ ਆ ਕਰ ਉਦਾਂ ਹੀ ਇਸੇ ਕਰਕੇ ਕਹਿੰਦੇ ਕਿ ਪੜ੍ਹੇ ਸੁਣੇ ਕਿਆ ਹੋਈ ਜਾਂ ਸਹਿਜ ਨਾ ਮਿਲੇ ਸੋਈ। ਇਕੱਲੇ ਪੜ੍ਹਨ ਸੁਣਨ ਦੇ ਨਾਲ ਕੀ ਹੋਣਾ ਹੈ? ਬਿਲਕੁਲ ਕਹਿੰਦੇ ਇਹ ਨਹੀਂ ਕਹਿੰਦੇ ਨਾ ਪੜ੍ਹੋ, ਉਹ ਨਹੀਂ ਤਾਂ ਹੋਣਾ ਕੁਛ ਨਹੀਂ ਹੈ ਬਈ। ਉਹ ਕਹਿੰਦੇ ਪੜ੍ਹੇ ਸੁਣੇ ਕਿਆ ਹੋਈ ਜੇ ਸਹਿਜ ਨਾ ਮਿਲੇ ਸੋਈ। ਫਿਰ ਨਾਲ ਅੱਗੇ ਕਹਿੰਦੇ ਹਰ ਕਾ ਨਾਮ ਨਾ ਜਪਤ ਗਵਾਰਾ ਕਿਆ ਸੋਚੇ ਬਾਰੰਬਾਰ। ਕੀ ਸੋਚ ਰਿਹਾ ਗਵਾਰਾ? ਤੂੰ ਕੀ ਸੋਚ ਰਿਹਾ? ਬਿਲਕੁਲ ਕਦੋਂ ਕਰੇਗਾ ਤੂੰ? ਕਦੋਂ ਇਸ ਵਿਚਾਰ ਮੰਡਲ ਚੋਂ ਇਸ ਭਵ ਸਾਗਰ ਤੋਂ ਨਿਕਲੇਗਾ? ਜਿਵੇਂ ਸਮੁੰਦਰ ਦੇ ਕਹਿੰਦੇ ਇੱਕ ਉਦਾਹਰਨ ਦੇ ਤੌਰ ਤੇ ਆਪਾਂ ਸੋਚ ਲੈਂਦੇ ਆ ਕਿ ਨੂਨ ਦੀ ਰਲੀ ਕਹਿੰਦੀ ਆ ਦੂਸਰੀ ਨੂੰ ਵੀ ਮੈਂ ਜਾ ਕੇ ਦੇਖ ਕੇ ਆਉਣੀ ਆ ਕਿੰਨਾ ਕੁ ਡੂੰਘਾ। ਉਹ ਵਿੱਚ ਚਲੀ ਗਈ, ਮੁੜ ਕੇ ਵਾਪਸੀ ਨਹੀਂ ਆਈ। ਬਾਹਰਲੀਆਂ ਬਾਹਰ ਬੈਠੀਆਂ ਦੇਖਦੀਆਂ ਨੇ ਵੀ ਉਹ ਵਾਪਸੀ ਨਹੀਂ ਆਈ। ਉਹ ਆਉਂਦੀ ਤਾਂ ਜੇ ਸਮੁੰਦਰ ਦੇ ਵਿੱਚ ਹੀ ਉਹਦਾ ਸਮੁੰਦਰ ਹੀ ਬਣ ਗਈ। ਬਿਲਕੁਲ ਇਹ ਤਾਂ ਬੋਲਣ ਜੋਗਾ ਰਹਿੰਦਾ ਹੀ ਨਹੀਂ, ਇਨਸਾਨ ਨਾ ਸਮਝਾ ਸਕਦਾ, ਕੋਈ ਸ਼ਬਦ ਹੀ ਨਹੀਂ ਬਣਿਆ ਉਹ ਅੰਦਰਲੀ ਅਵਸਥਾ ਸਮਝਾਉਣ ਵਾਸਤੇ। ਕਿਉਂਕਿ ਜਿੰਨੇ ਵੀ ਬ੍ਰਹਮ ਗਿਆਨੀ ਆਏ ਨੇ ਉਹਨਾਂ ਨੂੰ ਪਹਿਚਾਨਣ ਵਾਸਤੇ ਉਹਨਾਂ ਤੋਂ ਇੱਕ ਜਿਵੇਂ ਮਸਕੀਨ ਜੀ ਕਹਿੰਦੇ ਨੇ ਇੱਕ ਦੋਸਤ, ਇੱਕ ਔਲਾਦ, ਇੱਕ ਆਪਣੇ ਦੁਸ਼ਮਣ ਤੇ ਇੱਕ ਪਿੰਡ ਵਾਲੇ, ਤੇ ਉਹਨਾਂ ਨੂੰ ਨਹੀਂ ਪਹਿਚਾਨ ਸਕਦੇ ਹੈਗੇ ਕਿਉਂਕਿ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ। ਅੱਜ ਫਿਰ ਇੰਨਾ ਹੀ ਕਰਦੇ ਆ। ਇਹ ਮਹਾਰਾਜ ਨੇ ਜਿਹੜਾ ਹੈਗਾ ਜੋ ਵੀ ਵਿਚਾਰ ਦਿੱਤੀ ਆ ਬਹੁਤ ਬਹੁਤ ਕੋਟ ਅਨਕੋਟ ਸ਼ੁਕਰੀਆ ਜੀ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। हे ਮਹਾਰਾਜ ਜੀ ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ। ਆ ਘੜੀਆਂ ਜਿਹੜੀਆਂ ਹੈਗੀਆਂ ਸਾਡੇ ਜੀਵਨ ਦੇ ਵਿੱਚ ਦਿੱਤੀਆਂ ਸਾਨੂੰ, ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ। ਇਹ ਬਾਣੀ ਪੜ੍ਹਦੇ ਹੋਏ, ਬਾਣੀ ਸੁਣਦੇ ਹੋਏ, ਬਾਣੀ ਵਿਚਾਰਦੇ ਹੋਏ ਹੋਈਆਂ ਭੁੱਲਾਂ ਜਿਹੜੀਆਂ ਉਹ ਮਹਾਰਾਜ ਜੀ ਨਜ਼ਰਅੰਦਾਜ਼ ਕਰਨਾ, ਔਰ ਇਹ ਬਾਣੀ ਜਿਹੜੀ ਹੈਗੀ ਸਾਨੂੰ ਜਿਹੜੀ ਹੈਗੀ ਜਾਚ ਬਖਸ਼ਣੀ ਕਿ ਬਾਣੀ ਜਿਹੜੀ ਹੈਗੀ ਇਹਨੂੰ ਅਸੀਂ ਕਿਸ ਤਰੀਕੇ ਦੇ ਨਾਲ ਇਹਦੇ ਤੋਂ ਜਿਹੜਾ ਹੈਗਾ ਬ੍ਰਹਮ ਗਿਆਨ ਲੈ ਸਕੀਏ। ਇਹੀ ਬੇਨਤੀ ਹੈਗੀ। ਔਰ ਸਾਰੇ ਜਿੰਨੇ ਵੀ ਜਿਹੜੇ ਹੈਗੇ ਆ ਇਹ ਇਸ ਟਾਈਮ ਜੁੜੇ ਹੋਏ ਆ ਸਾਰਿਆਂ ਨੂੰ ਮਹਾਰਾਜ ਜੀ ਪ੍ਰੈਕਟੀਕਲ ਦੀ ਦਾਤ ਸਾਰਿਆਂ ਦੀ ਝੋਲੀ ਭਰ ਦੇਣੀ, ਭੁੱਲਾਂ ਚੁੱਕਾਂ ਬਖਸ਼ ਲੈਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।